ਸੋ ਜੀ ਹਾਂ ਦੋਸਤੋ, ਇੱਕ ਵਾਰ ਫਿਰ ਤੋਂ ਮੈਂ ਤੁਹਾਡਾ ਮੇਰੇ ਇਸ ਪੰਜਾਬੀ ਟੈਕ YouTube ਚੈਨਲ ਦੇ ਵਿੱਚ ਸਵਾਗਤ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਖੁਸ਼ਹਾਲ ਹੋਵੋਗੇ। ਸੋ ਅੱਜ ਆਪਾਂ ਫਿਰ ਤੋਂ ਨੈੱਟ ਬੈਂਕਿੰਗ ਦੇ ਬਾਰੇ ਗੱਲ ਕਰਾਂਗੇ। ਸੋ ਕੋਟਕ ਮਹਿੰਦਰਾ ਦੀ ਜਿਹੜੀ ਨੈੱਟ ਬੈਂਕਿੰਗ ਹੈ, ਇਸ ਦੇ ਵਿੱਚ ਮੈਂ ਮੇਰੇ ਪਾਸਵਰਡ ਦੇ ਨਾਲ ਲੌਗਇਨ ਕਰ ਰਿਹਾ ਅਤੇ ਲੌਗਇਨ ਕਰਨ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਆਪਣਾ ਜਿਹੜਾ ਨੈਟਵਰਕ ਹੈ ਉਹ ਸਹੀ ਤਰ੍ਹਾਂ ਕੰਮ ਕਰ ਰਿਹਾ ਕਿ ਨਹੀਂ। ਸੋ ਹਮੇਸ਼ਾ ਯਾਦ ਰੱਖੋ ਕਿ ਜਿਸ ਟਾਈਮ ਤੁਸੀਂ ਫਸਟ ਟਾਈਮ ਲੌਗਇਨ ਕਰੋਗੇ ਤਾਂ ਤੁਹਾਡੇ ਕੋਲ ਇੱਕ OTP ਮੰਗਿਆ ਜਾਏਗਾ ਤਾਂ ਜੋ ਔਥੈਂਟੀਕੇਟ ਕੀਤਾ ਜਾ ਸਕੇ ਕਿ ਜਿਹੜੀ ਨੈੱਟ ਬੈਂਕਿੰਗ ਹੈ ਉਹ ਰਾਈਟ ਪਰਸਨ ਦੁਆਰਾ ਹੀ ਖੋਲ੍ਹੀ ਜਾ ਰਹੀ ਹੈ। ਸੋ ਮੇਰਾ ਜਿਹੜਾ OTP ਹੈ ਉਹ ਹੈ 461594। ਸੋ ਮੈਂ ਟਾਈਪ ਕਰਦਾ 461594 ਐਂਡ 4 ਦੈਨ ਸਿਕਿਉਰ ਲੌਗਇਨ ਦੇ ਉੱਤੇ ਕਲਿੱਕ ਕਰ ਦਿੰਦੇ ਹਾਂ ਅਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਜਿਹੜਾ ਆ ਨੈੱਟ ਬੈਂਕਿੰਗ ਦੇ ਵਿੱਚ ਲੌਗਇਨ ਕਰ ਚੁੱਕੇ ਹਾਂ। ਸੋ ਇਹ ਪੁਰਾਣਾ ਪੋਰਟਲ ਹੈ। ਸੋ ਇਹ ਪੋਰਟਲ ਜਿਹੜਾ ਹੈ ਫੁੱਲੀ ਫੰਕਸ਼ਨਲ ਵਰਕਿੰਗ ਕਰ ਰਿਹਾ ਹੈ, ਕਿਉਂਕਿ ਜਿਹੜਾ ਨਵਾਂ ਪੋਰਟਲ ਸੀ ਉਸ ਦੇ ਵਿੱਚ ਕੁਛ ਅਜੇ ਫੰਕਸ਼ਨਸ ਜਿਹੜੇ ਨੇ ਉਹ ਵਾਲੇ ਚੰਗੀ ਤਰ੍ਹਾਂ ਵਰਕ ਨਹੀਂ ਕਰ ਰਹੇ। ਸੋ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਆ ਫਾਈਨੈਂਸ਼ੀਅਲ ਸਟੇਟਮੈਂਟ ਜਿਹੜੀ ਆ 1 ਈਅਰ ਦੀ ਕੰਬਾਈਨ ਸਟੇਟਮੈਂਟ ਜਿਹੜੀ ਆ ਫਾਈਨੈਂਸ਼ੀਅਲ ਈਅਰ ਦੀ, ਸੋ ਇਹ ਸਟੇਟਮੈਂਟ ਨੂੰ ਆਪਾਂ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਹਾਂ ਅਤੇ ਕਿਸ ਤਰ੍ਹਾਂ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਅਤੇ ਇਸ ਤੋਂ ਬਾਅਦ ਨੀਚੇ ਡਿਜੀਟਲ ਸਿਗਨੇਚਰ ਦੁਆਰਾ ਫੁੱਲੀ ਜਿਹੜੀ ਹੈ ਉਸ ਨੂੰ ਵੈਰੀਫਾਈ ਕੀਤਾ ਹੋਇਆ ਹੈ। ਸੋ ਸਟੇਟਮੈਂਟ ਨੂੰ ਆਪਾਂ ਕਿਸੇ ਵੀ ਪਰਪਸ ਦੇ ਲਈ ਯੂਜ਼ ਕਰ ਸਕਦੇ ਹਾਂ। ਸੋ ਇਸ ਤੋਂ ਬਾਅਦ ਆਪਾਂ ਬੈਂਕਿੰਗ ਦੇ ਉੱਤੇ ਕਲਿੱਕ ਕਰਾਂਗੇ ਅਤੇ ਬੈਂਕਿੰਗ 'ਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲ ਬਹੁਤ ਸਾਰੀਆਂ ਆਪਸ਼ਨਸ ਆ ਜਾਂਦੀਆਂ। ਤੁਸੀਂ ਦੇਖ ਸਕਦੇ ਹੋ ਕਿ ਲੈਫਟ ਸਾਈਡ ਦੇ ਵਿੱਚ ਆਪਣੇ ਕੋਲ ਇੱਕ ਡੈਬਿਟ ਕਾਰਡ ਦੀ ਆਪਸ਼ਨ ਦਿਖਾਈ ਦੇ ਰਹੀ ਹੈ। ਸੋ ਡੈਬਿਟ ਕਾਰਡ ਦੀ ਆਪਸ਼ਨ 'ਤੇ ਕਲਿੱਕ ਕਰਾਂਗੇ ਅਤੇ ਡੈਬਿਟ ਕਾਰਡ ਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲ ਇੱਕ ਤਾਂ ਡੈਬਿਟ ਕਾਰਡ ਦੀ ਇਨਫੋਰਮੇਸ਼ਨ ਆ ਗਈ ਅਤੇ ਉਸ ਤੋਂ ਬਾਅਦ ਦੂਸਰਾ ਆਪਣੇ ਕੋਲ ਇੰਸਟੈਂਟ ਰੀਜਨਰੇਸ਼ਨ ਆਫ ਪਿਨ। ਸੋ ਜੇਕਰ ਆਪਣਾ ਜਿਹੜਾ ਡੈਬਿਟ ਕਾਰਡ ਦੀ ਪਿਨ ਜਿਹੜੀ ਹੈ ਉਹ ਵਾਲੀ ਗਵਾਚ ਗਈ ਹੋਵੇ ਜਾਂ ਆਪਾਂ ਫੋਰਗੇਟ ਕਰ ਚੁੱਕੇ ਹਾਂ ਤਾਂ ਆਪਾਂ ਪਿਨ ਜਿਹੜੀ ਆ ਉਹ ਰੱਖ ਸਕਦੇ ਹਾਂ। ਸੋ ਇਹ ਪਿਨ ਜਿਹੜੀ ਆ 2 ਅੱਖਰਾਂ ਦੀ ਜਾਂ 4 ਅੱਖਰਾਂ ਦੀ ਜਾਂ 6 ਅੱਖਰਾਂ ਦੀ ਇਹ ਪਿਨ ਹੋ ਸਕਦੀ ਹੈ ਅਤੇ ਇਸ ਤਰ੍ਹਾਂ ਪਿਨ ਐਂਟਰ ਕਰਨ ਤੋਂ ਬਾਅਦ ਇਸ ਨੂੰ ਸਬਮਿਟ 'ਤੇ ਕਲਿੱਕ ਕਰ ਦਿਓ। ਸੋ ਇਸ ਤੋਂ ਬਾਅਦ ਆਪਣੇ ਕੋਲੋਂ ਪੁੱਛਿਆ ਜਾ ਰਿਹਾ ਕਿ ਜਿਹੜੀ ਪਿਨ ਜਿਹੜੀ ਹੈ ਉਸ ਨੂੰ ਤੁਸੀਂ ਸੱਚੀ ਚੇਂਜ ਕਰਨਾ ਚਾਹੁੰਦੇ ਹੋ ਜਾਂ ਨਹੀਂ। ਸੋ ਇਸ ਤੋਂ ਬਾਅਦ ਰਿਕੁਐਸਟ ਸਬਮਿਟ ਹੋ ਗਈ ਅਤੇ ਵਿਦਇਨ ਦੀ ਫਿਊ ਸੈਕਿੰਡਸ ਆਊਟ ਆਫ ਫਿਊ ਮਿੰਟਸ ਜਿਹੜੀ ਆ ਇਹ ਤੁਹਾਡੀ ਜਿਹੜੀ ਆ ATM ਦਾ ਪਿਨ ਨੰਬਰ ਹੁੰਦਾ ਹੈ ਉਸ ਨੂੰ ਚੇਂਜ ਕਰ ਦਿੱਤਾ ਜਾਂਦਾ ਹੈ ਅਤੇ ਇਸ ਦਾ ਜਿਹੜਾ ਇਹ ਮੈਸੇਜ ਹੈ ਉਹ ਤੁਹਾਡੇ ਫੋਨ ਦੇ ਉੱਪਰ ਵੀ ਆ ਜਾਂਦਾ ਕਿ ਤੁਸੀਂ ਜਿਹੜੀ ਹੈ ਰਿਕੁਐਸਟ ਸਬਮਿਟ ਕੀਤੀ ਹੋਈ ਹੈ ਅਤੇ ਇਸ ਤੋਂ ਬਾਅਦ ਤੁਹਾਡੀ ਜਿਹੜੀ ਪਿਨ ਆ ਉਹ ਚੇਂਜ ਹੋ ਗਈ ਹੈ। ਸੋ ਇਸ ਦਾ ਮੈਸੇਜ ਵੀ ਆਏਗਾ ਅਤੇ ਇਸ ਦੀ ਈਮੇਲ ਵੀ ਆਏਗੀ, ਜੋ ਕਿ ਮੈਂ ਤੁਹਾਨੂੰ ਇਸ ਦੇ ਲੈਫਟ ਅਤੇ ਰਾਈਟ ਸਾਈਡ ਦੋਨੋਂ ਸਾਈਡ ਦਿਖਾ ਰਹੇ ਹਾਂ ਕਿ ਮੇਰਾ ਮੈਸੇਜ ਵੀ ਆ ਚੁੱਕਾ ਹੈ ਅਤੇ ਪਿਨ ਵੀ ਆ ਚੁੱਕੀ ਹੈ। ਸੋ ਇਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈ ਫਿਰ ਤੋਂ ਡੈਬਿਟ ਕਾਰਡ ਸੈਕਸ਼ਨ 'ਤੇ ਜਾਵਾਂਗੇ ਅਤੇ ਇਸ ਤੋਂ ਬਾਅਦ ਨੀਚੇ ਨੈਕਸਟ ਆਪਸ਼ਨ ਹੈ ਅਪਲਾਈ ਫੋਰ ਨਿਊ ਕਾਰਡ। ਸੋ ਜੇਕਰ ਆਪਣਾ ਪਿਨ ਜਿਹੜਾ ATM ਕਾਰਡ ਹੈ ਉਹ ਗਵਾਚ ਚੁੱਕਾ ਹੈ ਤਾਂ ਆਪਾਂ ਔਨਲਾਈਨ ਨੈੱਟ ਬੈਂਕਿੰਗ ਦੇ ਦੁਆਰਾ ਹੀ ਨਿਊ ਕਾਰਡ ਦੇ ਲਈ ਰਿਕੁਐਸਟ ਕਰ ਸਕਦੇ ਹਾਂ ਅਤੇ ਆਪਾਂ ਨੂੰ ਬੈਂਕ ਜਾ ਕੇ ਫਾਰਮ ਭਰ ਕੇ ਦੇਣ ਦੀ ਕੋਈ ਜ਼ਰੂਰਤ ਨਹੀਂ। ਔਨਲਾਈਨ ਹੀ ਆਪਣੇ ਕੋਲੋਂ ਫੀਸ ਜਿਹੜੀ ਹੈ 120 ਰੁਪਏ ਜਾਂ 130 ਰੁਪਏ ਜੋ ਵੀ ਅਮਾਊਂਟ ਹੋਏਗੀ ਉਹ ਕੱਟ ਕੇ ਆਪਣਾ ਜਿਹੜਾ ਹੈ ਉਹ ਕਾਰਡ ਜਿਹੜਾ ਹੈ ਘਰ ਆ ਜਾਏਗਾ। ਸੋ ਇਸ ਤੋਂ ਬਾਅਦ ਆਪਾਂ ਜਿਹੜੀ ਆ ਕਾਰਡ ਦੇ ਉੱਪਰ ਇਮੇਜ ਜਿਹੜੀ ਹੈ ਸੋ ਇਸ 'ਤੇ ਕਲਿੱਕ ਕਰਕੇ ਦਿਖਾਉਂਦਾ। ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਤੁਹਾਡਾ ATM ਕਾਰਡ ਹੈ ਸੋ ਇਸ ਦੇ ਉੱਪਰ ਕੋਈ ਇਮੇਜ ਲੱਗੀ ਹੋਵੇ, ਸੋ ਜਿੱਦਾਂ ਆਪਾਂ ਕਾਰਡ ਸਿਲੈਕਟ ਕਰਦੇ ਹਾਂ ਅਤੇ ਇਸ ਤੋਂ ਬਾਅਦ ਆਪਾਂ ਚਾਹੁੰਦੇ ਹਾਂ ਕਿ ਸਾਡੇ ਕੋਲ ਕਿੰਗਸ 11 ਪੰਜਾਬ ਦੀ ਇਮੇਜ ਲੱਗੀ ਹੋਵੇ ਜਾਂ ਫਿਰ ਇਸ ਤਰ੍ਹਾਂ ਦਾ ਕੁਛ ਹੋਰ ਡਿਜ਼ਾਈਨ ਲੱਗੇ ਹੋਣ। ਸੋ ਦੇਖੋ ਕਿੰਗਸ 11 ਪੰਜਾਬ ਦੀ ਲੱਗੀ, ਸੋ ਇਸ ਦੀ ਜਿਹੜੀ ਕੋਸਟ ਹੈ 600 ਰੁਪਈਆ ਪਲੱਸ ਟੈਕਸ ਹੈ। ਸੋ 700 ਰੁਪਈਏ ਦੇ ਵਿੱਚ ਇੱਕ ਕਾਰਡ ਪਏਗਾ ਜਿਸ ਦੀ ਆਪਣੇ ਕੋਲ ਜੇਕਰ ਆਪਾਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਕਾਰਡ ਹੈ ਇਸ ਤਰ੍ਹਾਂ ਕਿਸੇ ਸਪੈਸੀਫਿਕ ਜਾਂ ਕਿਸੇ ਵਧੀਆ ਚੀਜ਼ ਦੇ ਸ਼ੋ ਲੱਗੇ ਜਾਂ ਵਧੀਆ ਲੱਗੇ, ਨਹੀਂ ਅਤੇ ਨੋਰਮਲ ਕਾਰਡ ਜਿਹੜਾ ਹੁੰਦਾ ਹੈ ਉਸ ਦੇ ਉੱਪਰ ਸਿਰਫ ਕੋਟਕ ਮਹਿੰਦਰਾ ਬੈਂਕ ਅਤੇ ਵਿਅਕਤੀ ਦਾ ਨਾਮ ਲਿਖਿਆ ਹੁੰਦਾ ਹੈ ਅਤੇ ਰੈੱਡ ਕਲਰ ਦੇ ਵਿੱਚ ਹੁੰਦਾ ਹੈ। ਸੋ ਇਸ ਤੋਂ ਬਾਅਦ ਬਾਕੀ ਤੁਹਾਡਾ ਜਿਹੜਾ ਕਾਰਡ ਦਾ ਪਲਾਨ ਹੁੰਦਾ ਹੈ ਉਹ ਸਭ ਚੀਜ਼ਾਂ ਉਸ ਦੇ ਉੱਪਰ ਵੀ ਵੈਰੀ ਕਰਦੀਆਂ ਨੇ। ਸੋ ਇਸ ਤੋਂ ਬਾਅਦ ਨੈਕਸਟ ਆਪਸ਼ਨ ਹੁੰਦਾ ਆਪਣੇ ਕੋਲ ਐਕਟੀਵੇਟ ਅਤੇ ਡੀਐਕਟੀਵੇਟ ਕਾਰਡ ਦੀ। ਸੋ ਇਸ ਦੇ ਵਿੱਚ ਮੇਰੇ ਜਿਹੜੇ ਕਾਰਡ ਨੇ ਉਹ ਐਕਟੀਵੇਟ ਨੇ। ਸੋ ਮੇਰੇ ਕੋਲ ਸਿਰਫ ਦਿਖਾਈ ਦੇ ਰਿਹਾ ਹੈ ਕਿ ਡੀਐਕਟੀਵੇਟ ਕਾਰਡ ਕਰਨ ਦੇ ਲਈ ਤੁਸੀਂ ਇੱਥੋਂ ਕਾਰਡ ਸਿਲੈਕਟ ਕਰੋ। ਜੇਕਰ ਤੁਹਾਡੇ ਕੋਲ 2 ਕਾਰਡ ਹੋਣਗੇ ਜਾਂ 3 ਕਾਰਡ ਹੋਣਗੇ ਤਾਂ ਇਸ ਆਪਸ਼ਨ ਦੇ ਵਿੱਚ ਤੁਹਾਨੂੰ 3 ਕਾਰਡਾਂ ਦੀ ਆਪਸ਼ਨ ਦਿਖਾਈ ਦੇਗੀ। ਯਾਦ ਰੱਖੋ ਕਿ ਇਸ ਟਾਈਮ ਆਪਾਂ ਨੂੰ ਸਿਰਫ ਜਿਹੜੇ ਆ ਡੈਬਿਟ ਕਾਰਡ ਨੰਬਰ ਹੀ ਦਿਖਾਈ ਦੇਣਗੇ। ਜੇਕਰ ਕ੍ਰੈਡਿਟ ਕਾਰਡ ਨੰਬਰ ਹੈ ਤਾਂ ਉਹ ਇਸ ਦੇ ਵਿੱਚ ਦਿਖਾਈ ਨਹੀਂ ਦੇਗਾ। ਸੋ ਇਸ ਤੋਂ ਬਾਅਦ ਆਪਾਂ ਡੀਐਕਟੀਵੇਟ 'ਤੇ ਕਲਿੱਕ ਕਰਾਂਗੇ। ਸੋ ਕਾਰਡ ਨੰਬਰ 'ਤੇ ਕਲਿੱਕ ਕਰਾਂਗੇ। ਇਸ ਤੋਂ ਬਾਅਦ
ਆਪਣੇ ਕੋਲ ਨੀਚੇ ਆਪਸ਼ਨ ਐਕਸ਼ਨ ਆ ਰਿਹਾ ਕਿ ਤੁਸੀਂ ਐਕਸ਼ਨ ਕੀ ਲੈਣਾ ਚਾਹੁੰਦੇ ਹੋ, ਕਿ ਤੁਸੀਂ ਟੈਂਪਰੇਰੀ ਡੀਐਕਟੀਵੇਟ ਕਰਨਾ ਚਾਹੁੰਦੇ ਹੋ ਕਿ ਪਰਮਾਨੈਂਟ ਤੁਹਾਡਾ ਕਾਰਡ ਜਿਹੜਾ ਲੋਸਟ ਹੋ ਚੁੱਕਾ ਹੈ ਅਤੇ ਤੁਸੀਂ ਉਸ ਕਾਰਡ ਨੂੰ ਜਿਹੜਾ ਹੈ ਪਰਮਾਨੈਂਟਲੀ ਬੰਦ ਕਰਕੇ ਨਿਊ ਕਾਰਡ ਅਪਲਾਈ ਕਰਨਾ ਚਾਹੁੰਦੇ ਹੋ। ਸੋ ਮੈਂ ਟੈਂਪਰੇਰੀ ਡੀਐਕਟੀਵੇਟ 'ਤੇ ਕਲਿੱਕ ਕਰਾਂਗਾ ਅਤੇ ਇਸ ਤੋਂ ਬਾਅਦ ਸਬਮਿਟ 'ਤੇ ਕਲਿੱਕ ਕਰਾਂਗਾ। ਸੋ ਇਸ ਤੋਂ ਬਾਅਦ ਸੋ ਦੋਸਤੋ, ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਨੂੰ ਜਿਹੜਾ ਹੈ ਇੱਕ ਵਾਰ ਫਿਰ ਤੋਂ ਇਨਫੋਰਮੇਸ਼ਨ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਆਹ ਵਾਲੀਆਂ ਜਿਹੜੀਆਂ ਸਰਵਿਸਿਜ਼ ਨੇ ਇਹਨਾਂ ਨੂੰ ਯੂਜ਼ ਕਰਨ ਦੇ ਲਈ ਇਸ ਕਾਰਡ ਦੀ ਵਰਤੋਂ ਨਹੀਂ ਕੀਤੀ ਜਾਏਗੀ। ਸੋ ਆਪਾਂ ਸਿੰਪਲ ਯੈਸ 'ਤੇ ਕਲਿੱਕ ਕਰ ਦੇਵਾਂਗੇ ਅਤੇ ਯੈਸ 'ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਫਿਰ ਤੋਂ ਸਬਮਿਟ 'ਤੇ ਕਲਿੱਕ ਕਰ ਦੇਵਾਂਗੇ। ਸੋ ਸਬਮਿਟ 'ਤੇ ਕਲਿੱਕ ਕਰਨ ਤੋਂ ਬਾਅਦ ਦੇਖੋ ਆਪਣੇ ਕੋਲ ਫਿਰ ਤੋਂ ਇੱਕ ਵਾਰ ਇਹਨਾਂ ਨੇ ਦੱਸਿਆ ਕਿ ਜਿਹੜੇ ਇਸ ਵਾਲੇ ਕਾਰਡ ਜਿਹੜਾ ਹੈ ਇਸ ਨੂੰ ਅਸੀਂ ਟੈਂਪਰੇਰੀ ਡੀਐਕਟੀਵੇਟ ਕਰਨ ਜਾ ਰਹੇ ਹਾਂ। ਸੋ ਕਨਫਰਮ 'ਤੇ ਕਲਿੱਕ ਕਰ ਦੇਵਾਂਗੇ ਅਤੇ ਕਨਫਰਮ 'ਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲ ਜਿਹੜਾ ਹੈ ਇਸ ਤਰ੍ਹਾਂ ਦਾ ਇੱਕ ਸਕਸੈਸਫੁਲ ਦਾ ਮੈਸੇਜ ਆ ਗਿਆ ਹੈ। ਸੋ ਇਸ ਤੋਂ ਬਾਅਦ ਆਪਣੇ ਕੋਲ ਨਾਲ ਦੀ ਨਾਲ ਹੀ ਮੋਬਾਈਲ ਜਿਹੜਾ ਹੋਏਗਾ, ਮੋਬਾਈਲ ਦੇ ਉੱਪਰ ਵੀ SMS ਜਿਹੜਾ ਉਹ ਡਿਲੀਵਰ ਕੀਤਾ ਜਾਏਗਾ ਕਿ ਤੁਹਾਡਾ ਜਿਹੜੇ ਡੈਬਿਟ ਕਾਰਡ ਹੈ ਜਾਂ ਕ੍ਰੈਡਿਟ ਕਾਰਡ ਹੈ ਉਸ ਦੀ ਜਿਹੜੀ ਸਰਵਿਸਿਜ਼ ਨੇ ਉਸ ਨੂੰ ਟੈਂਪਰੇਰੀ ਡੀਐਕਟੀਵੇਟ ਕਰ ਦਿੱਤਾ ਗਿਆ ਹੈ। ਸੋ ਇਸ ਤੋਂ ਬਾਅਦ ਫਿਰ ਤੋਂ ਆਪਾਂ ਸੇਮ ਆਪਸ਼ਨ ਦੇ ਵਿੱਚ ਜਾਵਾਂਗੇ ਡੀਐਕਟੀਵੇਟ ਅਤੇ ਐਕਟੀਵੇਟ ਵਾਲੇ 'ਚ। ਸੋ ਇਸ ਟਾਈਮ ਆਪਾਂ ਨੂੰ ਐਕਟੀਵੇਟ ਦੀ ਸਰਵਿਸ ਦਿਖਾਈ ਦੇ ਰਹੀ ਹੈ ਕਿਉਂਕਿ ਆਪਣੇ ਕੋਲ ਹੁਣ ਕੋਈ ਵੀ ਕਾਰਡ ਇੱਦਾਂ ਦਾ ਨਹੀਂ ਕਿ ਜਿਹੜਾ ਐਕਟੀਵੇਟ ਹੋਵੇ ਤਾਂ ਜੋ ਸਾਨੂੰ ਡੀਐਕਟੀਵੇਟ ਦੀ ਆਪਸ਼ਨ ਦਿਖਾਈ ਜਾਵੇ। ਸੋ ਐਕਟੀਵੇਟ ਕਰਨ ਦੇ ਲਈ ਵੀ ਸੇਮ ਪ੍ਰੋਸੈਸ ਹੋਏਗਾ, ਸੇਮ ਜਗ੍ਹਾ ਦੇ ਉੱਤੇ ਕਲਿੱਕ ਕਰਾਂਗੇ ਅਤੇ ਇਸ ਤੋਂ ਬਾਅਦ ਫਿਰ ਤੋਂ ਕਨਫਰਮ ਕਰ ਦਾਂਗੇ ਅਤੇ ਕਨਫਰਮ ਕਰਨ ਤੋਂ ਬਾਅਦ ਆਪਣਾ ਜਿਹੜਾ ਕਾਰਡ ਹੈ ਫਿਰ ਤੋਂ ਦੁਬਾਰਾ ਐਕਟੀਵੇਟ ਹੋ ਜਾਏਗਾ। ਸੋ ਇਸ ਤਰ੍ਹਾਂ ਆਪਾਂ ਕਿਸੇ ਵੀ ਕਾਰਡ ਨੂੰ ਜਿਹੜਾ ਟੈਂਪਰੇਰੀ ਡੀਐਕਟੀਵੇਟ ਕਰ ਸਕਦੇ ਹਾਂ ਅਤੇ ਐਕਟੀਵੇਟ ਕਰ ਸਕਦੇ ਹਾਂ, ਉਹ ਵੀ ਕੁਛ ਮਿੰਟਾਂ ਦੇ ਵਿੱਚ। ਸੋ ਇਸ ਤੋਂ ਬਾਅਦ ਨੀਚੇ ਆਪਸ਼ਨ ਆਉਂਦੀ ਹੈ ਕਾਰਡ ਕੰਟਰੋਲ ਦੀ। ਸੋ ਕਾਰਡ ਕੰਟਰੋਲ ਦੇ ਵਿੱਚ ਆਪਾਂ ਨੂੰ ਕੀ ਕੰਟਰੋਲਸ ਮਿਲਦੇ ਨੇ ਇਹਨਾਂ ਦੀ ਆਪਾਂ ਅੱਗੇ ਤੋਂ ਕਰਦੇ ਹਾਂ। ਸੋ ਕਾਰਡ ਕੰਟਰੋਲ ਦੇ ਵਿੱਚ ਆਪਾਂ ਨੂੰ ਆਪਸ਼ਨ ਸਾਰਿਆਂ ਤੋਂ ਪਹਿਲਾਂ ਆਪਸ਼ਨ ਮਿਲਦੀ ਹੈ, ਥੋੜ੍ਹਾ ਜਿਹਾ ਯਾਰ ਨੈਟ ਸਲੋ ਆ। ਸੋ ਸਾਰਿਆਂ ਤੋਂ ਪਹਿਲਾਂ ਆਪਾਂ ਨੂੰ ਆਪਸ਼ਨ ਮਿਲਦੀ ਹੈ ਕਾਰਡ ਸਟੇਟਸ ਨੂੰ ਐਕਟੀਵੇਟ ਜਾਂ ਡੀਐਕਟੀਵੇਟ ਕਰਨ ਵਾਲੀ। ਸੋ ਇਸ ਤੋਂ ਬਾਅਦ ਆਪਣੇ ਕੋਲ ਇੰਟਰਨੈਸ਼ਨਲ ਅਤੇ ਡੋਮੈਸਟਿਕ ਕੰਟਰੋਲ ਹੈ, ਜਿਸ ਦੇ ਵਿੱਚ ਡੋਮੈਸਟਿਕ ਦੇ ਵਿੱਚ ਆਪਣੇ ਕੋਲ ਆ ਕਿ ਤੁਸੀਂ ਡੋਮੈਸਟਿਕ ਕਾਰਡ ਜਿਹੜਾ ਇਸ ਨੂੰ ਯੂਜ਼ ਮੀਨਸ ਆਲ ਓਵਰ ਇੰਡੀਆ ਦੇ ਵਿੱਚ ਯੂਜ਼ ਕਰਨਾ ਐਕਟੀਵੇਟ ਰੱਖੋਗੇ ਕਿ ਬੰਦ ਕਰ ਦੂੰਗੇ। ਸੋ ਇਸ ਤੋਂ ਬਾਅਦ ਤੁਸੀਂ ATM 'ਤੇ ਯੂਜ਼ ਕਰਨਾ ਚਾਲੂ ਰੱਖੋਗੇ ਕਿ ਬੰਦ ਕਰ ਦੂੰਗੇ। ਸਪੋਜ਼ ਮਤਲਬ ਕਿ ਤੁਸੀਂ ਦੁਕਾਨ ਦੇ ਉੱਤੇ ਕੋਈ ਵੀ ਚੀਜ਼ ਖਰੀਦਦੇ ਹੋ ਤਾਂ ਉਸ ਟਾਈਮ ਜੇਕਰ ਤੁਸੀਂ ਕਾਰਡ ਨਾਲ ਪੇਮੈਂਟ ਕਰਦੇ ਹੋ ਤਾਂ ਉਹ ਚੀਜ਼ ਐਕਟੀਵੇਟ ਰੱਖੋਗੇ ਕਿ ਬੰਦ ਕਰ ਦੂੰਗੇ। ਇਸ ਤੋਂ ਬਾਅਦ ਔਨਲਾਈਨ ਯੂਜ਼ ਕਰਨ ਦੇ ਲਈ ਤੁਸੀਂ ਕਾਰਡ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਕਿ ਨਹੀਂ ਚਾਹੁੰਦੇ। ਇਸ ਤੋਂ ਬਾਅਦ ਕੰਟੈਂਟਲੈਸ ਹੈ। ਸੋ ਕੰਟੈਂਟਲੈਸ ਜਿਹੜੀ ਸਰਵਿਸ ਹੈ ਇਸ ਨੂੰ ਮੈਂ ਡਿਸੇਬਲ ਹੀ ਰੱਖਦਾ ਕਿਉਂਕਿ ਮੈਨੂੰ ਇਹ ਸਰਵਿਸ ਜਿਹੜੀ ਹੈ ਕੁਛ ਜ਼ਿਆਦਾ ਚੰਗੀ ਨਹੀਂ ਲੱਗਦੀ। ਸੋ ਮੇਰਾ ਪਰਸਨਲ ਥਿੰਕਿੰਗ ਹੈ ਕਿ ਜਿਹੜੀ ਕੰਟੈਂਟਲੈਸ ਸਰਵਿਸ ਹੈ ਇਸ ਨੂੰ ਡੀਐਕਟੀਵੇਟ ਹੀ ਰੱਖਿਆ ਜਾਣਾ ਚਾਹੀਦਾ ਹੈ। ਸੋ ਇਸ ਤੋਂ ਬਾਅਦ ਨੈਕਸਟ ਹੈ ਇੰਟਰਨੈਸ਼ਨਲ ਟ੍ਰਾਂਜੈਕਸ਼ਨਸ ਤੁਸੀਂ ਕਾਰਡ ਦੁਆਰਾ ਕਰਨੀਆਂ ਚਾਹੁੰਦੇ ਹੋ ਜਾਂ ਨਹੀਂ ਕਰਨੀਆਂ ਚਾਹੁੰਦੇ। ਸੋ ਇਸ ਤੋਂ ਬਾਅਦ ਨੀਚੇ ਲਿਮਿਟਸ ਦੀ ਆ ਜਾਂਦੀ ਹੈ ਕਿ ਤੁਸੀਂ ਲਿਮਿਟ ਸੈੱਟ ਕਰ ਸਕਦੇ ਹੋ ਕਿ ਇਸ ਕਾਰਡ ਦੇ ਦੁਆਰਾ ਇੱਕ ਦਿਨ ਦੇ ਵਿੱਚ ਜਿਹੜੀ ਆ ਕਿੰਨੀ ਅਮਾਊਂਟ ਜਿਹੜੀ ਹੈ ਯੂਜ਼ ਕੀਤੀ ਜਾ ਸਕਦੀ। ਸੋ ਤੁਸੀਂ ATM ਦੇ ਲਈ, ਪਰਚੇਜ਼ ਦੇ ਲਈ, ਔਨਲਾਈਨ ਪਰਚੇਜ਼ ਦੇ ਲਈ, ਕੰਟੈਕਟਲੈਸ ਦੇ ਲਈ ਅਤੇ ਟੋਕਨ ਟ੍ਰਾਂਜੈਕਸ਼ਨ ਦੇ ਲਈ ਅੱਡ-ਅੱਡ ਤਰੀਕੇ ਦੇ ਨਾਲ ਇਸ ਦੀ ਜਿਹੜੀ ਲਿਮਿਟ ਹੈ ਉਸ ਨੂੰ ਸੈੱਟ ਕਰ ਸਕਦੇ ਹੋ। ਸੋ ਸੇਮ ਐਜ਼ ਇਟ ਇਜ਼ ਇਹ ਇੰਟਰਨੈਸ਼ਨਲ ਦੇ ਲਈ ਵੀ ਤੁਸੀਂ ਟ੍ਰਾਂਜੈਕਸ਼ਨ ਸੈੱਟ ਕਰ ਸਕਦੇ ਹੋ ਕਿ ਇਸ ATM ਕਾਰਡ ਦੇ ਦੁਆਰਾ ਜੇਕਰ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਕੀਤੀ ਜਾਏ ਤਾਂ ਇੱਕ ਦਿਨ ਦੇ ਵਿੱਚ ਉਸ ਕਿੰਨਾ ਫੰਡ ਜਿਹੜਾ ਉਹ ਟ੍ਰਾਂਸਫਰ ਬਾਹਰ ਕੀਤਾ ਜਾਏ। ਸੋ ਇਸ ਤੋਂ ਬਾਅਦ ਨੈਕਸਟ ਆਪਸ਼ਨ ਆਪਣੇ ਕੋਲ ਆਉਂਦੀ ਹੈ ਪ੍ਰਾਇਰਟੀ ਪਾਸ। ਪ੍ਰਾਇਰਟੀ ਪਾਸ ਦਾ ਕੀ ਮਤਲਬ ਹੁੰਦਾ ਹੈ ਕਿ ਪ੍ਰਾਇਰਟੀ ਪਾਸ, ਸੋ ਇਸ ਦੇ ਵਿੱਚ ਆਪਾਂ ਨੂੰ ਕੁਛ ਇਨਫੋਰਮੇਸ਼ਨ ਦਿੱਤੀ ਗਈ ਹੈ ਜਿਸ ਦੇ ਲਈ ਅਪਲਾਈ ਕਰਨਾ ਹੋਵੇਗਾ। ਸੋ ਇਸ ਦੇ ਬਾਰੇ ਆਪਾਂ ਡਿਟੇਲ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਗਾਂਹ ਬਣਾਵਾਂਗੇ। ਸੋ ਇਹ ਜਿਹੜਾ ਪਾਸ ਹੋਏਗਾ ਜਿਹੜਾ ਫਲਾਈਟਸ ਦੇ ਲਈ ਯੂਜ਼ ਕੀਤਾ ਜਾਏਗਾ। ਸੋ ਇਸ ਤੋਂ ਬਾਅਦ ਆਪਾਂ ਨੈਕਸਟ 'ਤੇ ਜਾਵਾਂਗੇ ਅਤੇ ਆਪਣੇ ਕੋਲ ਫਿਰ ਤੋਂ ਜਿਹੜਾ ਫਿਜ਼ੀਕਲ ਪਿਨ ਦੇ ਲਈ ਰਿਕੁਐਸਟ ਦੀ ਆਪਸ਼ਨ ਦਿੱਤੀ ਜਾ ਰਹੀ ਹੈ। ਜੇਕਰ ਕੋਈ ਵਿਅਕਤੀ ਜਿਹੜਾ ਹੈ ਔਨਲਾਈਨ ਪਿਨ ਜਿਹੜੀ ਚੇਂਜ ਨਹੀਂ ਕਰ ਪਾ ਰਿਹਾ ਉਸ ਦੇ ਲਈ ਜਿਹੜਾ ਫਿਜ਼ੀਕਲ ਪਿਨ ਜਨਰੇਟ ਵਾਲੀ ਆਪਸ਼ਨ ਵੀ ਅਵੇਲੇਬਲ ਹੈ ਕਿ ਤੁਹਾਡਾ ਜਿਹੜਾ ਟਰਡੀਸ਼ਨਲ ਮੈਥਡ ਹੁੰਦਾ ਸੀ ਉਸ ਤਰੀਕੇ ਦੇ ਨਾਲ ATM ਦੀ ਜਿਹੜੀ ਪਿਨ ਹੋਏਗੀ ਉਹ ਤੁਹਾਡੇ ਘਰ ਡਿਲੀਵਰ ਕੀਤੀ ਜਾਏਗੀ ਅਤੇ ਤੁਸੀਂ ਉਹਨੂੰ ਉਸ ਪਿਨ ਨੂੰ ਯੂਜ਼ ਕਰ ਸਕਦੇ ਹੋ। ਸੋ ਇਸ ਤੋਂ ਬਾਅਦ ਫਿਰ ਤੋਂ ਕਲਿੱਕ ਕਰਦੇ ਹਾਂ ਅਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਬੈਂਕਿੰਗ 'ਤੇ ਵਾਪਸ ਜਾਂਦੇ ਹਾਂ। ਸੋ ਬੈਂਕਿੰਗ ਵਾਲੀ ਆਪਸ਼ਨ 'ਤੇ ਵਾਪਸ ਜਾਣ ਤੋਂ ਬਾਅਦ ਥੋੜ੍ਹਾ ਜਿਹਾ ਨੈਟ ਹੌਲੀ ਚੱਲ ਰਿਹਾ। ਸੋ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਨੈਕਸਟ ਕੀ ਆਪਸ਼ਨ ਹੈ। ਸੋ ਆਪਣੇ ਕੋਲ ਡੈਬਿਟ ਕਾਰਡ ਹੋ ਗਏ। ਸੋ ਇਸ ਤੋਂ ਨੈਕਸਟ ਆਪਸ਼ਨ ਹੈ ਸਰਵਿਸ ਰਿਕੁਐਸਟ ਦੀ। ਸੋ ਸਰਵਿਸ ਰਿਕੁਐਸਟ 'ਤੇ ਕਲਿੱਕ ਕਰਦੇ ਹਾਂ
ਅਤੇ ਇਸ ਤੋਂ ਬਾਅਦ ਨਿਊ ਸਰਵਿਸ ਰਿਕੁਐਸਟ 'ਤੇ ਕਲਿੱਕ ਕਰਦੇ ਹਾਂ। ਸੋ ਆਪਾਂ ਦੇਖਦੇ ਹਾਂ ਕਿ ਆਪਣੇ ਕੋਲ ਕੀ ਆਪਸ਼ਨਸ ਅਵੇਲੇਬਲ ਹੁੰਦੇ ਨੇ। ਸੋ ਨਿਊ ਸਰਵਿਸ ਰਿਕੁਐਸਟ 'ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਜਿਹੜੀ ਅਕਾਊਂਟ ਦੀ ਸਟੇਟਮੈਂਟ ਜਿਹੜੀ ਹੈ ਉਸ ਨੂੰ ਲੈ ਸਕਦੇ ਹਾਂ। ਨਵੀਂ ਚੈੱਕ ਬੁੱਕ ਦੇ ਲਈ ਆਵੇਦਨ ਕਰ ਸਕਦੇ ਹਾਂ। ਕਿਸੇ ਚੈੱਕ ਦੀ ਪੇਮੈਂਟ ਸਟਾਪ ਕਰ ਸਕਦੇ ਹਾਂ। ਬੈਲੈਂਸ ਸਰਟੀਫਿਕੇਟ ਦੇ ਲਈ ਆਵੇਦਨ ਕਰ ਸਕਦੇ ਹਾਂ। ਇੰਟਰਸਟ ਸਰਟੀਫਿਕੇਟ ਦੇ ਲਈ ਆਵੇਦਨ ਕਰ ਸਕਦੇ ਹਾਂ। ਇਸ ਤੋਂ ਬਾਅਦ ਨੀਚੇ ਐਕਟੀਵੇਟ ਅਤੇ ਡੀਐਕਟੀਵੇਟ ਜਿਹੜੀ ਆ ਪਾਸਬੁੱਕ ਹੋਏਗੀ ਉਹ ਕਰ ਸਕਦੇ ਹਾਂ। ਅਤੇ ਆਪਾਂ ਡਿਮਾਂਡ ਡਰਾਫਟ ਦੀ ਜਿਹੜੀ ਡਿਲੀਵਰੀ ਹੋਮ 'ਤੇ ਲੈ ਸਕਦੇ ਹਾਂ। ਸੋ ਜਿਹੜਾ ਡਿਮਾਂਡ ਡਰਾਫਟ ਆਪਾਂ ਕਿਸੇ ਵੀ ਵਿਅਕਤੀ ਦੇ ਫੇਵਰ 'ਚ ਬਣਾਉਣਾ ਹੋਵੇ ਜਾਂ ਭੇਜਣਾ ਹੋਵੇ ਸੋ ਉਸਦੀ ਰਿਕੁਐਸਟ ਔਨਲਾਈਨ ਕਰ ਸਕਦੇ ਹਾਂ। ਸੋ ਚੈੱਕ ਪਿਕਅਪ ਦੇ ਲਈ ਵੀ ਅਤੇ ਚੈੱਕ ਪਿਕਅਪ ਅਤੇ ਕੈਸ਼ ਪਿਕਅਪ ਦੇ ਲਈ ਵੀ ਆਪਾਂ ਆਵੇਦਨ ਕਰ ਸਕਦੇ ਹਾਂ ਅਤੇ ਕੈਸ਼ ਡਿਲੀਵਰੀ ਦੇ ਲਈ ਵੀ ਆਵੇਦਨ ਕਰ ਸਕਦੇ ਹਾਂ। ਸੋ ਮੇ ਵੀ ਇਹ ਜਿਹੜੇ ਫੀਚਰਸ ਨੇ ਹੋ ਸਕਦਾ ਹੈ ਕਿ ਕਿਸੇ ਏਰੀਆ ਦੇ ਵਿੱਚ ਵਰਕ ਕਰਦੇ ਹੋਣ ਅਤੇ ਕਿਸੇ ਏਰੀਆ ਦੇ ਵਿੱਚ ਵਰਕ ਨਹੀਂ ਕਰਦੇ ਹੋਣ। ਸੋ ਇਸ ਤੋਂ ਬਾਅਦ ਆਪਾਂ RD ਨੂੰ ਓਪਨ ਕਰ ਸਕਦੇ ਹਾਂ ਅਤੇ ਇਸ ਤੋਂ ਬਾਅਦ ਜਿਹੜੀ ਆਪਾਂ FD ਨੂੰ ਵੀ ਔਨਲਾਈਨ ਹੀ ਓਪਨ ਕਰ ਸਕਦੇ ਹਾਂ, ਲੇਕਿਨ ਇਸ ਦੇ ਵਿੱਚ ਉਸ ਦੇ ਬਾਰੇ ਇਨਫੋਰਮੇਸ਼ਨ ਨਹੀਂ ਦਿੱਤੀ ਹੋਈ। ਸੋ ਆਪਾਂ RD ਦੀ ਰਿਕੁਐਸਟ 'ਤੇ ਕਲਿੱਕ ਕਰਕੇ ਦੇਖਦੇ ਹਾਂ ਕੀ ਆਪਸ਼ਨ ਹੈ। ਸੋ ਇਸ ਦੇ ਵਿੱਚ ਆਪਣੇ ਕੋਲ ਫਿਕਸਡ ਡਿਪੋਜ਼ਿਟ ਅਤੇ ਰਿਕਰਿੰਗ ਡਿਪੋਜ਼ਿਟ ਦੋਨੋਂ ਆਪਸ਼ਨਸ ਮਿਲ ਜਾਂਦੀਆਂ ਨੇ। ਸੋ ਆਪਾਂ ਦੋਨੋਂ ਆਵੇਦਨ ਸੇਮ ਇੱਕੋ ਹੀ ਪੋਰਟਲ ਤੋਂ ਕਰ ਸਕਦੇ ਹਾਂ। ਸੋ ਇੱਕੋ ਹੀ ਆਪਸ਼ਨ ਹੋਏਗੀ, ਬਸ ਆਪਾਂ ਨੂੰ RD ਅਤੇ FD ਜਿਹੜੀ ਹੈ ਉਸ ਦੇ ਬਾਰੇ ਉਹ ਕਰਨਾ ਪਏਗਾ। ਸੋ ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਜਿਹੜੀ RD ਹੁੰਦੀ ਹੈ ਇਸ ਨੂੰ ਕਿਸ ਤਰ੍ਹਾਂ ਆਪਾਂ ਫਿਲ ਕਰ ਸਕਦੇ ਹਾਂ। ਸੋ ਆਪਾਂ ਸਾਰਿਆਂ ਤੋਂ ਪਹਿਲਾਂ ਸਰਵਿਸ ਦੇ ਵਿੱਚ ਗਏ, ਫਿਰ ਸਰਵਿਸ ਤੋਂ ਨਿਊ ਸਰਵਿਸ ਦੇ ਵਿੱਚ ਗਏ ਅਤੇ ਉਸ ਤੋਂ ਬਾਅਦ ਰਿਕਰਿੰਗ ਡਿਪੋਜ਼ਿਟ ਦੇ ਵਿੱਚ ਗਏ। ਸੋ ਰਿਕਰਿੰਗ ਡਿਪੋਜ਼ਿਟ ਉਹ ਡਿਪੋਜ਼ਿਟ ਹੁੰਦਾ ਜੋ ਅਮਾਊਂਟ ਆਪਾਂ ਐਵਰੀ ਮੰਥ ਕਿਸੇ ਸਕੀਮ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹਾਂ ਸੋ ਉਸ ਨੂੰ RD ਕਹਿੰਦੇ ਨੇ। ਅਤੇ ਜੇਕਰ ਤੁਸੀਂ ਫਿਕਸ ਡਿਪੋਜ਼ਿਟ ਮੰਨ ਲਓ ਕਿ ਇੱਕ ਵਾਰ ਤੁਸੀਂ 10,000 ਰੁਪੀਸ ਜਿਹੜੇ ਨੇ ਤੁਹਾਡੇ ਕੋਲ ਸਪੇਅਰ ਪਏ ਨੇ, ਤੁਸੀਂ ਉਸ ਨੂੰ ਉਹ ਜ਼ਿਆਦਾ ਇੰਟਰਸਟ ਦੇ ਲਈ ਬੈਂਕ ਦੇ ਵਿੱਚ ਡਿਪੋਜ਼ਿਟ ਕਰਦੇ ਹੋ ਤਾਂ ਉਸ ਨੂੰ ਫਿਕਸ ਡਿਪੋਜ਼ਿਟ ਕਹਿੰਦੇ ਨੇ। ਇਸ ਦੀ ਜਿਹੜੀ ਡਿਊਰੇਸ਼ਨ ਹੈ ਉਹ ਅਕੋਰਡਿੰਗ ਟੂ ਪਰਸਨ ਕਿੰਨੀ ਵੀ ਹੋ ਸਕਦੀ ਹੈ। ਸੋ ਮੈਂ RD ਕਰਦਾ, ਸੋ ਮੰਥਲੀ ਜਿਹੜੀ ਇਨਵੈਸਟਮੈਂਟ ਹੋਏਗੀ ਮੇਰੀ RD ਦੀ ਮੈਂ ਸਟਾਰਟਿੰਗ ਕਰਦਾ ਸੋ 500 ਰੁਪੀਸ ਤੋਂ ਹੋ ਸਕਦਾ ਕਿ ਹਾਂ ਜੀ ਹਾਂ 500 ਰੁਪੀਸ ਜਿਹੜੀ ਹੈ ਐਕਸੈਪਟੇਬਲ ਹੈ। ਸੋ ਜਿਹੜੀ ਹੈ ਇਸ ਤੋਂ ਬਾਅਦ ਆਪਾਂ ਇੱਕ ਵਿਊ ਡੈਮੋ 'ਤੇ ਕਲਿੱਕ ਕਰਦੇ ਹਾਂ। ਸੋ ਡੈਮੋ 'ਤੇ ਕਲਿੱਕ ਕਰਨ ਤੋਂ ਬਾਅਦ ਵੀ ਆਪਾਂ ਨੂੰ ਸਾਰੀ ਆਪਸ਼ਨਸ ਜਿਹੜੀਆਂ ਨੇ ਉਸਦੀ ਵਿਸਥੇਰ ਦੇ ਵਿੱਚ ਜਾਣਕਾਰੀ ਮਿਲ ਜਾਂਦੀ ਹੈ। ਸੋ ਦੇਖੋ RD 'ਤੇ ਕਲਿੱਕ ਕੀਤਾ ਗਿਆ, ਉਸ ਤੋਂ ਬਾਅਦ ਆਪਣਾ ਤੁਸੀਂ ਆਪਸ਼ਨ ਸਿਲੈਕਟ ਕਰਨੇ ਨੇ ਅਤੇ ਇਸ ਤੋਂ ਬਾਅਦ ਤੁਹਾਡੀ RD ਜਿਹੜੀ ਹੈ ਜਨਰੇਟ ਹੋ ਜਾਏਗੀ। ਸੋ ਆਪਾਂ ਇਸ ਤੋਂ ਬਾਅਦ ਦੇਖੋ ਆਪਾਂ ਕੋਟਕ ਮਹਿੰਦਰਾ ਦਾ ਅਕਾਊਂਟ ਸਿਲੈਕਟ ਕੀਤਾ ਗਿਆ। ਇਸ ਤੋਂ ਬਾਅਦ ਜਿਹੜਾ ਹੈ 6 ਮੰਥ ਦੇ ਲਈ ਕਰਨੀ ਹੈ, 9 ਮੰਥ, 12 ਮੰਥ। ਸੋ ਜਿੰਨੇ ਵੀ ਮੰਥ ਦੇ ਲਈ ਤੁਸੀਂ RD ਜਿਹੜੀ ਹੈ ਉਸਨੂੰ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਸੋ ਇਸ ਤੋਂ ਬਾਅਦ ਜਿਹੜਾ ਇੰਟਰਸਟ ਪਲਾਨ ਹੈ ਕੁਆਟਰਲੀ ਹੋਏਗਾ। ਸੋ ਰਿਡੀਮ ਦੀ ਪ੍ਰਿੰਸੀਪਲ ਅਤੇ ਜਿਹੜਾ ਪ੍ਰਿੰਸੀਪਲ ਐਂਡ ਇੰਟਰਸਟ ਸੋ ਮੈਚਿਓਰਟੀ ਦੇ ਉੱਤੇ ਜਿਹੜਾ ਸਾਡੇ ਪੈਸੇ ਜਿਹੜੇ ਨੇ ਅਕਾਊਂਟ ਦੇ ਵਿੱਚ ਐਡ ਕਰ ਦਿੱਤੇ ਜਾਣਗੇ। ਸੋ ਇਸ ਤੋਂ ਬਾਅਦ ਨੋਮਨੀ ਦੀ ਇਨਫੋਰਮੇਸ਼ਨ ਹੈ। ਸੋ ਨੋਮਨੀ ਦੀ ਵੀ ਆਪਾਂ ਔਨਲਾਈਨ ਹੀ ਫਿਲ ਕਰ ਦਿੰਦੇ ਹਾਂ। ਸੋ ਇਸ ਤੋਂ ਬਾਅਦ ਸੋ ਆਪਾਂ ਐਗਰੀ ਦੇ ਉੱਤੇ ਕਲਿੱਕ ਕਰਾਂਗੇ ਅਤੇ ਸਿਰਫ ਦੇਖੋ ਵੱਧ ਤੋਂ ਵੱਧ 2 ਮਿੰਟ ਲੱਗੇ ਨੇ ਮੈਨੂੰ ਅਤੇ 2 ਮਿੰਟ ਦੇ ਅੰਦਰ ਜਿਹੜੀ ਹੈ ਮੇਰੀ RD ਜਿਹੜੀ ਹੈ ਉਸ ਦੇ ਲਈ ਮੈਂ ਰਿਕੁਐਸਟ ਕਰ ਦਿੱਤੀ ਗਈ ਅਤੇ ਇੱਕ ਵਾਰ ਫਿਰ ਤੋਂ ਕਨਫਰਮ ਕਰਾਂਗਾ ਤਾਂ ਮੇਰੀ ਜਿਹੜੀ RD ਹੈ ਓਪਨ ਹੋ ਜਾਏਗੀ। ਸੋ 6 ਮੰਥ ਦੇ ਲਈ ਮੇਰਾ ਜਿਹੜਾ 500 ਰੁਪੀਸ ਨੇ ਉਹ ਮੈਂ ਮੰਥਲੀ ਜਿਹੜੇ ਆ ਡਿਪੋਜ਼ਿਟ ਕਰੂੰਗਾ 500 ਰੁਪੀਸ ਅਤੇ 6 ਮੰਥ ਦੇ ਲਈ ਉਸ ਦੇ ਉੱਪਰ ਮੈਨੂੰ 4% ਦਾ ਜਿਹੜਾ ਇੰਟਰਸਟ ਮਿਲੇਗਾ ਅਤੇ ਮੇਰੀ ਜਿਹੜੀ 6 ਮੰਥ ਬਾਅਦ ਅਮਾਊਂਟ ਹੋਏਗੀ 3039 ਰੁਪੀਸ। ਸੋ ਮੈਨੂੰ 3039 ਰੁਪੀਸ ਜਿਹੜੇ ਨੇ 6 ਮੰਥ ਦੇ ਬਾਅਦ ਮਿਲਣਗੇ। ਸੋ ਅਲਟੀਮੇਟਲੀ ਮੈਨੂੰ ਸਿਰਫ 39 ਰੁਪੀਸ ਆਲਮੋਸਟ 40 ਰੁਪੀਸ ਜਿਹੜੇ ਨੇ ਉਹ ਮਿਲਣਗੇ ਜੇਕਰ ਮੈਂ 500 ਰੁਪੀਸ ਮੰਥਲੀ ਇਨਵੈਸਟ ਕਰਦਾ ਹਾਂ। ਸੋ ਇਸ ਤਰ੍ਹਾਂ ਤੁਸੀਂ ਇਨਵੈਸਟ ਕਰ ਸਕਦੇ ਹੋ, ਲੇਕਿਨ ਮੈਂ ਇਨਵੈਸਟ ਨਹੀਂ ਕਰਨ ਜਾ ਰਿਹਾ ਕਿਉਂਕਿ ਮੈਂ ਸਿਰਫ ਸੋ ਕ੍ਰੈਡਿਟ ਕਾਰਡ ਦੇ ਸੈਕਸ਼ਨ 'ਤੇ ਕਲਿੱਕ ਕਰਦੇ ਹਾਂ। ਸੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਮੇਰੇ ਕੋਲ ਜਿਹੜਾ ਇੱਕ 16,000 ਦਾ ਕ੍ਰੈਡਿਟ ਕਾਰਡ ਹੈ ਸੋ ਜਿਸ ਦੇ ਉੱਪਰ ਮੇਰਾ 27,000 ਦੀ ਆਊਟਸਟੈਂਡਿੰਗ ਬਣੀ ਹੋਈ ਹੈ। ਸੋ ਮੈਂ ਇਸ ਦੀ ਇੱਕ ਵਾਰ ਦੇਖਾਂਗਾ ਕਿ ਜਿਹੜੀ ਸਟੇਟਮੈਂਟ ਹੁੰਦੀ ਹੈ ਉਹ ਕਿਸ ਜਗ੍ਹਾ ਤੋਂ ਆਪਾਂ ਪ੍ਰਾਪਤ ਕਰ ਸਕਦੇ ਹਾਂ। ਸੋ ਸਟੇਟਮੈਂਟ ਦੇ ਉੱਤੇ ਕਲਿੱਕ ਕਰਦੇ ਹਾਂ। ਸੋ ਕਰੰਟ ਸਟੇਟਮੈਂਟ 'ਤੇ ਕਲਿੱਕ ਕਰਦੇ ਹਾਂ। ਸੋ ਕਰੰਟ ਸਟੇਟਮੈਂਟ ਉਹ ਸਟੇਟਮੈਂਟ ਹੁੰਦੀ ਹੈ ਜਿਹੜੀ ਕਿ ਇਸ ਮਹੀਨੇ ਦਾ ਬਿੱਲ ਬਣਨ ਦੀ ਸਟੇਟਮੈਂਟ ਦੇ ਵਿੱਚ ਬਣਾਈ ਜਾਂਦੀ ਹੈ। ਸੋ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੈਂ 13/1 ਨੂੰ ਯੂਜ਼ ਕੀਤਾ, 12/1 ਨੂੰ ਯੂਜ਼ ਕੀਤਾ, ਲੇਕਿਨ ਇਸ ਦੇ ਵਿੱਚ ਮੈਨੂੰ ਜਿਹੜੇ ਆ ਸਿਰਫ ਮੇਰੇ ਯੂਜ਼ ਕੀਤੀ ਗਈ ਟ੍ਰਾਂਜੈਕਸ਼ਨਸ ਜਿਹੜੀ ਨੇ
ਸੋ ਉਸ ਦੀ ਜਾਣਕਾਰੀ ਹੈ, ਲੇਕਿਨ ਇਸ ਦੇ ਵਿੱਚ ਮੇਰੇ ਕੋਲ ਜਿਹੜੇ ਮੈਨੂੰ ਰਿਫੰਡ ਆਇਆ ਸੋ ਰਿਫੰਡ ਦੀ ਜਾਣਕਾਰੀ ਇਸ ਦੇ ਵਿੱਚ ਨਹੀਂ ਹੈ। ਸੋ ਇਸ ਤੋਂ ਬਾਅਦ ਟ੍ਰਾਂਜੈਕਸ਼ਨ ਹਿਸਟਰੀ ਇੱਕ ਵਾਰ ਚੈੱਕ ਕਰਦੇ ਹਾਂ। ਸੋ ਟ੍ਰਾਂਜੈਕਸ਼ਨ ਹਿਸਟਰੀ ਦੇ ਵਿੱਚ ਆਪਾਂ ਸਿਰਫ 1 ਤਾਰੀਖ ਤੋਂ ਲੈ ਕੇ 14 ਤਾਰੀਖ ਦੇ ਵਿੱਚ ਦੀ ਆਪਾਂ ਜਿਹੜੀਆਂ ਵਾ ਸਾਰੀਆਂ ਟ੍ਰਾਂਜੈਕਸ਼ਨ ਦੇਖ ਲੈਣੀਆਂ ਨੇ। ਸੋ ਆਲ ਸਿਲੈਕਟ ਕਰਾਂਗੇ ਅਤੇ ਗੋ 'ਤੇ ਕਲਿੱਕ ਕਰ ਦਿਆਂਗੇ। ਸੋ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਵੀ ਸੇਮ ਇਨਫੋਰਮੇਸ਼ਨ ਮਿਲੀ ਆ। ਸੋ ਇਸ ਦੇ ਵਿੱਚ ਮੈਨੂੰ ਇੱਕ ਹੈ ਕਿ ਜਿਹੜਾ 28,000 ਰੁਪਇਆ ਮੇਰਾ ਰਿਫੰਡ ਮਿਲਿਆ ਹੈ। ਸੋ ਇੱਕ ਇਹ ਵਾਲੀ ਟ੍ਰਾਂਜੈਕਸ਼ਨ ਹੈ। ਸੋ ਇਹ ਕ੍ਰੈਡਿਟ ਹੋਈ ਹੈ। ਸੋ ਜੇਕਰ ਡੈਬਿਟ ਹੋਏਗੀ ਤਾਂ DR ਹੋਏਗਾ, ਕ੍ਰੈਡਿਟ ਹੋਏਗੀ ਤਾਂ CR ਹੋਏਗਾ। ਦੇਖੋ 20,000 ਰੁਪਇਆ ਮੇਰਾ ਇੱਧਰੋਂ ਇੱਕ ਵਾਰ ਫਿਰ ਕ੍ਰੈਡਿਟ ਹੋਇਆ ਸੀ। ਇਸ ਤੋਂ ਪਹਿਲਾਂ 28,000 ਰੁਪਇਆ ਜਿਹੜਾ ਉਹ ਡੈਬਿਟ ਹੋਇਆ ਸੀ। ਸੋ 28,494 ਰੁਪਏ ਸੋ ਇਹ ਰਿਫੰਡ ਆ ਚੁੱਕਾ ਹੈ। ਲੇਕਿਨ ਅੱਜ ਮੈਨੂੰ ਇੱਕ ਹੋਰ ਮੈਸੇਜ ਆਇਆ ਸੀ ਕਿ ਮੇਰੇ ਅਕਾਊਂਟ ਦੇ ਵਿੱਚ 10,000 ਜਿਹੜਾ ਇੱਕ ਹੋਰ ਡਿਪੋਜ਼ਿਟ ਹੋਇਆ। ਸੋ ਤੁਸੀਂ ਮੈਸੇਜ ਲੈਫਟ ਸਾਈਡ ਦੇ ਉੱਤੇ ਦੇਖ ਸਕਦੇ ਹੋ, ਲੇਕਿਨ ਉਹ ਵਾਲਾ ਜਿਹੜਾ ਮੈਸੇਜ ਹੈ ਉਸ ਨੂੰ ਸੈਟਲ ਹੋਣ ਦੇ ਲਈ ਮੇ ਵੀ 1 ਹਫ਼ਤਾ ਲੱਗ ਜਾਏਗਾ ਅਤੇ 1 ਹਫ਼ਤੇ ਬਾਅਦ ਮੈਨੂੰ ਪਤਾ ਚੱਲੇਗਾ ਕਿ ਜਿਹੜੀ ਉਹ ਵਾਲੀ ਅਮਾਊਂਟ ਹੈ ਉਸ ਨੂੰ ਮੈਂ ਬੈਂਕ ਦੇ ਵਿੱਚ ਕਿਸ ਤਰ੍ਹਾਂ ਟ੍ਰਾਂਸਫਰ ਕਰ ਸਕਦਾ ਹਾਂ। ਸੋ ਇਸ ਤੋਂ ਬਾਅਦ ਨੀਚੇ ਆਪਸ਼ਨ ਹੁੰਦੀ ਹੈ ਬੈਲੈਂਸ ਟ੍ਰਾਂਸਫਰ ਦੀ। ਸੋ ਬੈਲੈਂਸ ਟ੍ਰਾਂਸਫਰ 'ਤੇ ਕਲਿੱਕ ਕਰਦੇ ਹਾਂ। ਸੋ ਬੈਲੈਂਸ ਟ੍ਰਾਂਸਫਰ 'ਤੇ ਇੱਕ ਵਾਰ ਫਿਰ ਤੋਂ ਕਲਿੱਕ ਕਰਦੇ ਹਾਂ। ਸੋ ਇਸ ਤੋਂ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲ ਆਪਸ਼ਨ ਆਉਂਦੀ ਹੈ ਕ੍ਰੈਡਿਟ ਕਾਰਡ ਦੀ। ਸੋ ਮੇਰਾ ਕ੍ਰੈਡਿਟ ਕਾਰਡ ਨੰਬਰ ਮੈਂ ਸਿਲੈਕਟ ਕੀਤਾ ਅਤੇ ਜਿਸ ਤੋਂ ਬਾਅਦ ਮੈਨੂੰ ਲਿਮਿਟ ਹੈ 12,000 ਰੁਪਈਆ ਮੇਰੇ ਕੋਲ ਜਿਹੜਾ ਹੈ ਉਸ ਨੂੰ ਮੈਂ ਮੇਰੇ ਬੈਂਕ ਅਕਾਊਂਟ ਦੇ ਵਿੱਚ ਜਾਂ ਕਿਸੇ ਵੀ ਬੈਂਕ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਸਕਦਾ ਹਾਂ। ਸੋ ਇਸ ਤੋਂ ਬਾਅਦ ਨੀਚੇ ਬੈਲੈਂਸ ਜਿੰਨੀ ਵੀ ਅਮਾਊਂਟ ਮੈਂ ਟ੍ਰਾਂਸਫਰ ਕਰਨੀ ਹੋਵੇ ਉਹ ਵਾਲੀ ਆਪਸ਼ਨ ਫਿਲ ਕਰ ਦਿੱਤੀ ਜਾਏਗੀ ਅਤੇ ਟ੍ਰਾਂਸਫਰ ਹੋ ਜਾਏਗਾ। ਇਸ ਤੋਂ ਨੀਚੇ ਹੈ ਟ੍ਰਾਂਜੈਕਸ਼ਨਸ ਟੂ EMI। ਸੋ ਇਸ ਤੋਂ ਬਾਅਦ ਆਪਾਂ ਕਾਰਡ ਸਿਲੈਕਟ ਕਰਦੇ ਹਾਂ ਅਤੇ ਕਾਰਡ ਸਿਲੈਕਟ ਕਰਨ ਤੋਂ ਬਾਅਦ ਜੇਕਰ ਆਪਣੇ ਕੋਲ ਮੰਨ ਲਓ ਕਿ ਜਿਹੜੀ ਹੁਣ 28,000 ਰੁਪਏ ਦੀ ਅਮਾਊਂਟ ਹੈ ਇਸ ਨੂੰ EMI ਦੇ ਵਿੱਚ ਵੀ ਕਨਵਰਟ ਕੀਤਾ ਜਾ ਸਕਦਾ। ਸੋ ਇਹ ਵੀ ਆਪਸ਼ਨਸ ਅਵੇਲੇਬਲ ਨੇ। ਸੋ ਇਹ ਮੈਂ ਨੈਕਸਟ ਤੁਹਾਨੂੰ ਯੂਜ਼ ਕਰਕੇ ਦੱਸੂੰਗਾ ਕਿ ਆਪਾਂ ਜਿਹੜੀ EMI ਹੈ ਇਸ ਨੂੰ ਜਿਹੜੀ ਆਪਣੀ ਕੋਈ ਵੀ ਟ੍ਰਾਂਜੈਕਸ਼ਨ 5,000 ਤੋਂ ਵੱਧ ਦੀ ਹੁੰਦੀ ਹੈ, ਨਹੀਂ 2,500 ਤੋਂ ਵੱਧ ਦੀ ਹੁੰਦੀ ਹੈ, ਇਸ ਨੂੰ ਆਪਾਂ EMI ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਲੇਕਿਨ ਇਸ ਦੇ ਵਿੱਚ ਇੱਕ ਘਾਟਾ ਇਹ ਹੈ ਕਿ ਆਪਾਂ ਨੂੰ ਜਿਹੜਾ 1.7% ਦਾ ਪਰ ਮੰਥ ਇੰਟਰਸਟ ਦੇਣਾ ਪੈਂਦਾ ਹੈ। ਸੋ ਆਪਾਂ 3 ਮਹੀਨੇ ਤੋਂ ਲੈ ਕੇ 48 ਮਹੀਨੇ ਤੱਕ ਦਾ ਜਿਹੜਾ ਆ ਇਹਦਾ ਉਹ ਸਪਲਿਟ ਕਰ ਸਕਦੇ ਇਸ ਨੂੰ EMI ਦੇ ਵਿੱਚ। 48 EMI ਦੇ ਵਿੱਚ ਆਪਾਂ ਇਸ ਨੂੰ ਸਪਲਿਟ ਕਰ ਸਕਦੇ ਹਾਂ, ਲੇਕਿਨ ਆਪਾਂ ਨੂੰ ਪਰ ਮੰਥ ਜਿਹੜਾ 1.17% ਜਿਹੜਾ ਹੈ ਇੰਟਰਸਟ ਦੇਣਾ ਪਏਗਾ। ਸੋ ਆਪਾਂ ਸਟੇਟਮੈਂਟ 'ਤੇ ਕਲਿੱਕ ਕੀਤੀ ਸੀ ਅਤੇ ਪਾਸਟ ਬਿੱਲ ਦੀ ਸਟੇਟਮੈਂਟ 'ਤੇ ਕਲਿੱਕ ਕਰਾਂਗੇ। ਸੋ ਇਸ ਤੋਂ ਬਾਅਦ ਆਪਾਂ ਕ੍ਰੈਡਿਟ ਨੰਬਰ ਸਿਲੈਕਟ ਕਰਾਂਗੇ। ਸੋ ਇਸ ਤੋਂ ਬਾਅਦ ਆਪਣੇ ਕੋਲ ਡਾਊਨਲੋਡ ਸਟੇਟਮੈਂਟ ਦੀ ਆਪਸ਼ਨ ਆ ਗਈ ਹੈ। ਸੋ ਯਾਦ ਰੱਖੋ ਦੋਸਤੋ ਕਿ ਇਹ ਮੇਰੀ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਹੈ। ਜਿਹੜੀ ਪਹਿਲਾਂ ਮੈਂ ਤੁਹਾਨੂੰ ਦਿਖਾਈ ਸੀ ਉਹ ਮੇਰੇ ਡੈਬਿਟ ਕਾਰਡ ਦੀ ਹੈ ਅਤੇ ਮੇਰੇ ਮੇਨ ਅਕਾਊਂਟ ਦੀ ਸਟੇਟਮੈਂਟ ਸੀ। ਸੋ ਇਹ ਵਾਲੀ ਜਿਹੜੀ ਸਟੇਟਮੈਂਟ ਹੈ ਮੇਰੇ ਕ੍ਰੈਡਿਟ ਕਾਰਡ ਦੀ ਹੈ, ਜਿਸ ਦੇ ਉੱਪਰ ਲਿਖਿਆ ਹੋਇਆ ਕਿ ਕ੍ਰੈਡਿਟ ਕਾਰਡ ਸਟੇਟਮੈਂਟ ਹੈ ਅਤੇ ਮਿਨੀਮਮ ਅਮਾਊਂਟ ਜੋ ਸਭ ਕੁਛ ਇਸ ਦੇ ਵਿੱਚ ਦੱਸਿਆ ਹੋਇਆ ਹੈ। ਇਸ ਤੋਂ ਬਾਅਦ ਮੇਰੇ ਕ੍ਰੈਡਿਟ ਲਿਮਿਟ ਜਿਹੜੀ ਮੈਂ ਕਿੰਨੀ ਪੇਮੈਂਟ ਪੇ ਕੀਤੀ ਗਈ ਅਤੇ ਕਿੰਨੀ ਮੈਂ ਪੇਮੈਂਟ ਦਾ ਜਿਹੜਾ ਸਮਾਨ ਐਕਚੁਅਲ ਪਰਚੇਜ਼ ਕੀਤਾ ਗਿਆ। ਸੋ ਇਹਦੇ ਵਿੱਚ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਦਿੱਤੀ ਹੋਈ ਹੈ ਅਤੇ ਜਿਹੜੇ ਪੁਆਇੰਟ ਨੇ ਅਰਨ ਕੀਤੇ ਗਏ ਨੇ, ਕਿੰਨੇ ਪੁਆਇੰਟਸ ਅਰਨ ਕੀਤੇ ਗਏ ਨੇ ਉਸ ਦੀ ਇਨਫੋਰਮੇਸ਼ਨ ਦਿੱਤੀ ਗਈ ਹੈ। ਸੋ ਇਸ ਤੋਂ ਬਾਅਦ ਜਿਹੜੇ ਫੰਡ ਟ੍ਰਾਂਸਫਰ ਨੇ ਉਹਨਾਂ ਦੀ ਇਨਫੋਰਮੇਸ਼ਨ ਹੈ, ਰਿਚਾਰਜ ਹੈ। ਸੋ ਜੋ ਵੀ ਜਿਸ ਤਰ੍ਹਾਂ ਵੀ ਮੇਰੇ ਦੁਆਰਾ ਪੇਮੈਂਟ ਜਿੰਨੀ ਵੀ ਪੇਮੈਂਟ ਕੀਤੀ ਗਈ ਉਹ ਸਾਰੀ ਪੇਮੈਂਟ ਦੀ ਜਿਹੜੀ ਇਨਫੋਰਮੇਸ਼ਨ ਜਿਹੜੀ ਹੈ ਉਹ ਬਣੀ ਹੋਈ ਹੈ। ਸੋ ਇਸ ਤੋਂ ਬਾਅਦ ਆਪਣੇ ਕੋਲ ਜੇਕਰ ਕੋਈ ਦੇਖੋ ਵੱਡੀ ਆਪਾਂ ਪੇਮੈਂਟ ਕੀਤੀ ਹੋਈ ਹੈ ਤਾਂ ਉਸ ਪੇਮੈਂਟ ਨੂੰ ਆਪਾਂ EMI ਦੇ ਵਿੱਚ ਕਨਵਰਟ ਕਰ ਸਕਦੇ ਹਾਂ ਅਤੇ ਜਿਹੜੀਆਂ ਪੇਮੈਂਟ 2,500 ਜਾਂ 3,000 ਤੋਂ ਵੱਧ ਦੀਆਂ ਹੁੰਦੀਆਂ ਨੇ ਸਿਰਫ ਉਹਨਾਂ ਪੇਮੈਂਟਸ ਨੂੰ ਹੀ ਆਪਾਂ ਸਪਲਿਟ ਕਰਕੇ ਜਿਹੜੀ EMI ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਸੋ ਇਸ ਤੋਂ ਬਾਅਦ ਨੀਚੇ ਦੇਖਦੇ ਹਾਂ ਆਪਣੇ ਆਫਰਸ ਵਗੈਰਾ ਮਿਲ ਜਾਂਦੇ ਨੇ। ਸੋ ਇਸ ਜਿਹੜੀ ਸਟੇਟਮੈਂਟ ਦੇ ਵਿੱਚ ਆਪਾਂ ਨੂੰ ਕੋਈ ਵੀ ਡਿਜੀਟਲ ਸਿਗਨੇਚਰ ਦੇਖਣ ਨੂੰ ਨਹੀਂ ਮਿਲਦਾ। ਸੋ ਇਹ ਪੇਮੈਂਟ ਜਿਹੜਾ ਆਪਣੀ ਸਟੇਟਮੈਂਟ ਹੋਏਗੀ ਮੇ ਵੀ ਇਸ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਇੰਟਰਨੈਸ਼ਨਲ ਜਾਂ ਆਪਣਾ ਕਿਸੇ ਹੋਰ ਕੰਮ ਦੇ ਲਈ, ਜਾਂ ਆਪਾਂ ਕਿਸੇ ਬੈਂਕ ਵਗੈਰਾ ਦੇ ਵਿੱਚ ਦੇਣੀ ਹੋਵੇ ਤਾਂ ਇਸ ਨੂੰ ਮੇਰੇ ਹਿਸਾਬ ਨਾਲ ਆਪਾਂ ਯੂਜ਼ ਕਰ ਸਕਦੇ ਹਾਂ। ਲੇਕਿਨ ਮੇ ਵੀ ਇਸ ਦੇ ਉੱਪਰ ਇੱਕ ਬੈਂਕ ਸਟੈਂਪ ਜਾਂ ਕੋਈ ਹੋਰ ਤਰੀਕੇ ਦੀ ਸਟੈਂਪ ਜਿਹੜੀ ਹੋਏਗੀ ਉਸ ਦੀ ਇਨਫੋਰਮੇਸ਼ਨ ਹੋਣੀ ਜ਼ਰੂਰੀ ਹੋਏਗੀ। ਸੋ ਇਸ ਤੋਂ ਬਾਅਦ ਆਪਣੇ ਕੋਲ ਟ੍ਰਾਂਜੈਕਸ਼ਨ ਹਿਸਟਰੀ ਆਪਾਂ ਚੈੱਕ ਕਰ ਲਈ ਸੀ। ਮੇਕ ਪੇਮੈਂਟ ਆ। ਸੋ ਮੇਕ ਪੇਮੈਂਟ ਦੇ ਵਿੱਚ ਕਲਿੱਕ ਕਰਨ ਤੋਂ ਬਾਅਦ ਆਪਣੇ ਜਿਹੜੇ ਕੋਟਕ ਅਕਾਊਂਟ ਦੇ ਵਿੱਚੋਂ ਪੇਮੈਂਟ ਕਰ ਸਕਦੇ ਹਾਂ, ਕਿਸੇ ਹੋਰ ਅਕਾਊਂਟ ਦੇ ਵਿੱਚੋਂ ਪੇਮੈਂਟ ਕਰ ਸਕਦੇ ਹਾਂ। ਇਸ ਤੋਂ ਬਾਅਦ ਪੇਮੈਂਟ ਹਿਸਟਰੀ ਚੈੱਕ ਕਰ ਸਕਦੇ ਹਾਂ ਕਿ ਆਪਾਂ ਕਿੰਨੀ ਜਿਹੜੀ ਪੇਮੈਂਟ ਹੈ ਉਹ ਕ੍ਰੈਡਿਟ ਕਾਰਡ ਦੇ ਵਿੱਚ ਕਿਸ ਤਾਰੀਖ ਨੂੰ ਡਿਪੋਜ਼ਿਟ ਕਰਵਾਇਆ ਸੀ। ਸੋ ਇਸ ਦੇ ਵਿੱਚ ਵੀ ਸੇਮ ਆਪਾਂ
ਉਹ ਹਿਸਟਰੀ ਵਾਲੇ ਆਪਸ਼ਨ ਦੇ ਵਿੱਚ ਹੀ ਆ ਗਏ ਅਤੇ ਆਪਾਂ ਇਸ ਦੇ ਵਿੱਚ ਡੈਬਿਟ ਅਤੇ ਕ੍ਰੈਡਿਟ ਸੋ ਆਪਾਂ ਸਿਲੈਕਟ ਕਰਾਂਗੇ। ਇਸ ਤੋਂ ਬਾਅਦ ਆਪਾਂ ਨੂੰ ਪੇਮੈਂਟ ਦਾ ਪਤਾ ਚੱਲ ਜਾਏਗਾ। ਸੋ ਸਰਵਿਸ ਰਿਕੁਐਸਟ ਹੈ, ਸੋ ਇਸ ਦੇ ਵਿੱਚ ਵੀ ਆਪਾਂ ਨੂੰ ਇੰਸਟੈਂਟ ਪਿਨ ਜਨਰੇਟ ਦੀ ਆਪਸ਼ਨ ਮਿਲ ਰਹੀ ਹੈ ਅਤੇ ਨੀਚੇ ਹੈ ਕਾਰਡ ਕੰਟਰੋਲ ਵੀ ਸੇਮ ਉਸੇ ਤਰੀਕੇ ਨਾਲ ਮਿਲਦੇ ਜਿਸ ਤਰ੍ਹਾਂ ਡੈਬਿਟ ਕਾਰਡ 'ਤੇ ਮਿਲਦੇ ਨੇ। ਸੋ ਕਾਰਡ ਰੀਪਲੇਸਮੈਂਟ ਦੀ ਰਿਕੁਐਸਟ ਆਪਾਂ ਨੂੰ ਸੇਮ ਉਸੇ ਆਪਸ਼ਨ ਦੀ ਤਰ੍ਹਾਂ ਮਿਲ ਰਹੀ ਹੈ ਜਿਸ ਤਰ੍ਹਾਂ ਡੈਬਿਟ ਕਾਰਡ 'ਚ ਮਿਲਦੀ ਸੀ। ਸੋ ਰਿਪੋਰਟ ਲੋਸਟ ਕਾਰਡ ਦੀ ਵੀ ਆਪਾਂ ਨੂੰ ਆਪਸ਼ਨ ਮਿਲ ਰਹੀ ਹੈ। ਉਸ ਦੇ ਵਿੱਚ ਕਾਰਡ ਡੀਐਕਟੀਵੇਟ ਅਤੇ ਐਕਟੀਵੇਟ ਦੇ ਵਿੱਚ ਇਹ ਆਪਸ਼ਨ ਸੀ, ਲੇਕਿਨ ਇਸ ਦੇ ਵਿੱਚ ਇਹ ਆਪਸ਼ਨ ਬਾਹਰ ਦਿੱਤੀ ਹੋਈ ਹੈ। ਸੋ ਇਸ ਤੋਂ ਬਾਅਦ ਹੈ ਰਿਕੁਐਸਟ ਫੋਰ ਐਡ ਔਨ ਕਾਰਡ। ਸੋ ਜੇਕਰ ਤੁਸੀਂ ਕਿਸੇ ਆਪਣੇ ਹੋਰ ਪਰਸਨ ਦਾ ਨਾਮ ਵੀ ਆਪਣੇ ਇਸ ਕਾਰਡ ਦੇ ਵਿੱਚ ਐਡ ਕਰਨਾ ਚਾਹੁੰਦੇ ਹੋ ਅਤੇ ਉਸ ਦਾ ਨਾਮ ਲਿਖੋਗੇ ਅਤੇ ਉਸ ਦਾ ਤੁਸੀਂ ਕਾਰਡ ਦੇ ਉੱਪਰ ਕੀ ਨਾਮ ਚਾਹੁੰਦੇ ਹੋ, ਸੋ ਉਸ ਦੇ ਨਾਲ ਤੁਹਾਡਾ ਕੀ ਰਿਲੇਸ਼ਨ ਹੈ, ਸਭ ਇਨਫੋਰਮੇਸ਼ਨ ਫਿਲ ਕਰੋਗੇ ਤਾਂ ਉਸ ਵਿਅਕਤੀ ਦੇ ਲਈ ਵੀ ਇੱਕ ਹੋਰ ਕਾਰਡ ਜਿਹੜਾ ਹੈ ਉਹ ਇਸ਼ੂ ਕਰ ਦਿੱਤਾ ਜਾਏਗਾ। ਸੋ ਸੇਮ ਲਿਮਿਟ ਰਹੇਗੀ, ਸੇਮ ਮੇਨ ਅਕਾਊਂਟ ਰਹੇਗਾ, ਲੇਕਿਨ ਜਿਹੜਾ ਹੋਏਗਾ ਕਿ ਉਹ ਵਿਅਕਤੀ ਵੀ ਇਸ ਮੀਨਸ 2 ਕਾਰਡ ਹੋ ਜਾਣਗੇ। ਇੱਕ ਉਸ ਵਿਅਕਤੀ ਕੋਲ ਕਾਰਡ ਰਹੇਗਾ ਅਤੇ ਇੱਕ ਤੁਹਾਡੇ ਕੋਲ ਕਾਰਡ ਰਹੇਗਾ ਅਤੇ ਤੁਸੀਂ ਦੋਨੋਂ ਆਪਣੇ ਕਾਰਡ ਨੂੰ ਆਪਣੀ ਸਹੂਲੀਅਤ ਦੇ ਹਿਸਾਬ ਦੇ ਨਾਲ ਯੂਜ਼ ਕਰ ਸਕਦੇ ਹੋ। ਲੇਕਿਨ ਯਾਦ ਰੱਖੋ ਕਿ ਤੁਹਾਡਾ ਜਿਹੜਾ ਕ੍ਰੈਡਿਟ ਲਿਮਿਟ ਹੋਏਗੀ ਉਹ ਸੇਮ 1 ਪਰਸਨ ਵਾਲੀ ਹੀ ਰਹੇਗੀ। ਸੋ ਇਸ ਤੋਂ ਬਾਅਦ ਤੁਸੀਂ ਕਾਰਡ ਦੇ ਉੱਪਰ ਪ੍ਰੋਟੈਕਸ਼ਨ ਪਲਾਨ ਚੂਜ਼ ਕਰ ਸਕਦੇ ਹੋ। ਸੋ ਪ੍ਰੋਟੈਕਸ਼ਨ ਪਲਾਨ ਦੇ ਵਿੱਚ ਆਪਣੇ ਕੋਲ ਪਲਾਨ ਹੁੰਦਾ ਹੈ ਸਿੰਗਲ ਪਰਸਨ ਦਾ, 4 ਮੈਂਬਰ ਜਿਹੜੇ ਨੇ ਉਹਨਾਂ ਦੇ ਲਈ ਅਤੇ 2 ਪਰਸਨ ਦਾ ਪਲੈਟੀਨਮ ਮੈਂਬਰ ਹੁੰਦਾ। ਸੋ ਜੇਕਰ ਮੈਂ ਗੱਲ ਕਰਾਂਗੀ ਸਿੰਗਲ ਪਰਸਨ ਦੀ, ਸੋ ਸਿੰਗਲ ਪਰਸਨ ਦੇ ਉੱਤੇ ਆਪਾਂ ਨੂੰ 1700 ਰੁਪਈਆ ਦੇਣਾ ਪਏਗਾ ਅਤੇ ਡਬਲ ਪਰਸਨ ਦੇ ਉੱਤੇ 2100 ਰੁਪਈਆ 2200 ਰੁਪਈਆ ਅਤੇ 4 ਮੈਂਬਰਸ ਦੇ ਲਈ ਆਪਾਂ ਨੂੰ 2700 ਰੁਪਈਆ ਦੇਣਾ ਪਏਗਾ। ਸੋ ਇਸ ਦੇ ਵਿੱਚ ਆਪਣੇ ਕੋਲ ਜਿਹੜਾ 1 ਲੱਖ ਤੱਕ ਦਾ ਫਰੋਡ ਦਾ ਅਤੇ 1,20,000 ਦੀ ਜਿਹੜੀ ਆ ਟਰੈਵਲ ਐਂਡ ਹੋਟਲ ਅਸਿਸਟੈਂਸ ਮਿਲੇਗੀ। ਇਸ ਤੋਂ ਬਾਅਦ ਐਮਰਜੈਂਸੀ ਕੈਸ਼ 20,000 ਤੱਕ ਦਾ ਆਪਾਂ ਲੈ ਸਕਦੇ ਹਾਂ ਅਤੇ 1 ਫ੍ਰੀ ਕਾਰਡ ਟੂ ਬਲੌਕ ਆਲ ਯੂਅਰ ਕਾਰਡ। ਸੋ ਆਪਣੇ ਤੁਸੀਂ ਜਿੰਨੇ ਵੀ ਤੁਹਾਡੇ ਕਾਰਡਸ ਹੋਣਗੇ ਉਸ ਨੂੰ ਤੁਸੀਂ ਆਪਣੇ ਬਲੌਕ ਕਰਵਾ ਸਕਦੇ ਹੋ ਕਾਲ ਦੇ ਨਾਲ ਹੀ। ਸੋ ਲੇਕਿਨ ਮੇਰੇ ਹਿਸਾਬ ਨਾਲ ਆਪਾਂ ਨੂੰ ਇੱਦਾਂ ਦਾ ਕੋਈ ਪ੍ਰੋਟੈਕਸ਼ਨ ਪਲਾਨ ਲੈਣ ਦੀ ਲੋੜ ਨਹੀਂ, ਕਿਉਂਕਿ ਆਪਾਂ ਜਿਹੜਾ ਕਾਰਡ ਆ ਉੱਦਾਂ ਹੀ ਬਹੁਤ ਸੰਭਾਲ ਕੇ ਯੂਜ਼ ਕਰੀਦਾ ਅਤੇ ਜੇਕਰ ਟਰੈਵਲ ਕਰਦੇ ਹਾਂ ਤਾਂ ਆਪਾਂ ਉਸ ਦੇ ਲਈ ਟਰੈਵਲ ਇੰਸ਼ੋਰੈਂਸ ਨੂੰ ਐਡੀਸ਼ਨਲ ਬਾਏ ਕਰਦੇ ਹਾਂ ਹਰ ਵਾਰ। ਸੋ ਇਸ ਤੋਂ ਬਾਅਦ ਆਟੋ ਡੈਬਿਟ ਦੀ ਸਰਵਿਸ ਹੈ। ਆਟੋ ਡੈਬਿਟ ਦੇ ਵਿੱਚ ਤੁਸੀਂ ਕਾਰਡ ਸਿਲੈਕਟ ਕਰੋ, ਬੈਂਕ ਅਕਾਊਂਟ ਨੰਬਰ ਸਿਲੈਕਟ ਕਰੋ ਅਤੇ ਇਸ ਤੋਂ ਬਾਅਦ ਤੁਸੀਂ ਦੱਸੋ ਕਿ ਜਿਹੜੀ ਮਿਨੀਮਮ ਅਮਾਊਂਟ ਹੈ ਉਹ ਵਾਲੀ ਤੁਸੀਂ ਅਕਾਊਂਟ 'ਚੋਂ ਡਿਟੈਕਟ ਕਰਨਾ ਚਾਹੋਗੇ ਕਿ ਜਿਹੜੀ ਮੈਕਸੀਮਮ ਅਮਾਊਂਟ ਮੀਨਸ ਟੋਟਲ ਜਿੰਨੀ ਵੀ ਅਮਾਊਂਟ ਹੋਏਗੀ ਤੁਸੀਂ ਉਸ ਅਮਾਊਂਟ ਨੂੰ ਆਪਣੇ ਅਕਾਊਂਟ ਦੇ ਵਿੱਚੋਂ ਕੱਟ ਕਰਵਾਉਣਾ ਚਾਹੋਗੇ। ਸੋ ਇਹ ਤੁਹਾਡੇ ਉੱਤੇ ਡਿਪੈਂਡ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਜਿਹੜੀ ਮਿਨੀਮਮ ਅਮਾਊਂਟ ਹੁੰਦੀ ਆ ਉਹ ਪੇ ਕਰ ਦਿੱਤੀ ਜਾਏ ਜਾਂ ਫਿਰ ਤੁਸੀਂ ਜਿੰਨੀ ਫੁੱਲ ਅਮਾਊਂਟ ਹੁੰਦੀ ਆ ਉਹ ਪੇ ਕਰ ਦਿੱਤੀ ਜਾਏ। ਸੋ ਇਸ ਤੋਂ ਬਾਅਦ ਨੈਕਸਟ ਆਪਸ਼ਨ ਹੁੰਦੀ ਹੈ ਕੈਸ਼ ਐਟ ਈਜ਼ੀ। ਸੋ ਕੈਸ਼ ਐਟ ਈਜ਼ੀ ਦਾ ਮਤਲਬ ਹੈ ਕਿ ਤੁਸੀਂ ਜਿਹੜੇ ਕਿਸੇ ਵਿਅਕਤੀ ਦੇ ਵਿੱਚ ਜਿਹੜਾ ਫੰਡ ਟ੍ਰਾਂਸਫਰ ਕਰੋਗੇ ਅਤੇ ਇਸ ਤੋਂ ਬਾਅਦ ਲਿਖਿਆ ਹੈ ਕਿ ਟ੍ਰਾਂਸਫਰ ਫ੍ਰੀ ਫੋਰਚੂਨ ਕਾਰਡ ਇਜ਼ 199 ਪਲੱਸ ਐਪਲੀਕੇਬਲ GST ਪਰ 10,000। ਸੋ 10,000 ਰੁਪਈਏ ਦੇ ਉੱਤੇ ਜਿਹੜਾ ਹੈ 200 ਰੁਪਈਆ ਲਿਆ ਜਾਏਗਾ ਅਤੇ ਇਸ ਤੋਂ ਬਾਅਦ ਜਿਹੜਾ 10,000 ਦੀ ਹੋਰ ਹੋਏਗੀ ਉੱਪਰ ਹੋਏਗੀ ਉਸ 'ਤੇ 300 ਰੁਪਈਆ ਲਿਆ ਜਾਏਗਾ ਪਲੱਸ GST ਐਕਸਟਰਾ। ਸੋ ਇਸ ਦੇ ਨਾਲ ਤੁਹਾਡੇ ਕਿਸੇ ਵੀ ਬੈਂਕ ਅਕਾਊਂਟ ਜਾਂ ਕਿਸੇ ਹੋਰ ਵਿਅਕਤੀ ਦੇ ਅਕਾਊਂਟ ਦੇ ਵਿੱਚ ਐਮਰਜੈਂਸੀ ਦੇ ਵਿੱਚ ਜਿਹੜਾ ਕੈਸ਼ ਹੈ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਸੋ ਸੇਮ ਤੁਹਾਡੇ ਜਿਹੜਾ ਆਪਦਾ ਕੋਟਕ ਮਹਿੰਦਰਾ ਬੈਂਕ ਦਾ ਅਕਾਊਂਟ ਹੋਏਗਾ ਸੋ ਉਸ ਦੇ ਵਿੱਚ ਵੀ ATM ਦੇ ਵਿੱਚੋਂ ਤੁਸੀਂ ਜਿਹੜਾ ਕਾਸ਼ ਜਿਹੜਾ ਹੈ ਟ੍ਰਾਂਸਫਰ ਕਰ ਪਾਓਗੇ ਅਤੇ ਇਸ ਦੇ ਉੱਪਰ ਵੀ ਸੇਮ ਐਜ਼ ਇਟ ਇਜ਼ ਹੀ ਲਿਮਿਟ ਜਿਹੜੀ ਹੈ ਅਵੇਲੇਬਲ ਮੀਨਸ ਲਾਈ ਹੋਈ ਹੈ ਕਿ ਤੁਸੀਂ ਜਿਹੜਾ 10,000 ਰੁਪੀਸ ਹੈ ਉਸ ਦੇ ਉੱਪਰ ਤੁਹਾਨੂੰ ਕਿੰਨੀ ਜਿਹੜੀ ਲਿਮਿਟ ਲੱਗੇਗੀ ਅਤੇ ਉਸ ਤੋਂ 10,000 ਤੋਂ ਅਬਵ ਹੁੰਦੀ ਹੈ ਤਾਂ ਕਿੰਨੀ ਜਿਹੜੀ ਉਹ ਲਿਮਿਟ ਲੱਗੇਗੀ। ਸੋ ਇਹ ਸਾਰੀਆਂ ਲਿਮਿਟਸ ਜਿਹੜੀਆਂ ਨੇ ਇਸ ਦੇ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਹੋਈ ਹੈ। ਸੋ ਇਹ ਸੀ ਆਪਣੇ ਕ੍ਰੈਡਿਟ ਕਾਰਡ ਦੇ ਬਾਰੇ ਜਾਣਕਾਰੀ। ਸੋ ਇਸ ਤੋਂ ਬਾਅਦ ਨੀਚੇ ਟ੍ਰਾਂਜੈਕਸ਼ਨਸ ਟੂ EMI ਹੈ, ਸੋ ਇਸ ਦੇ ਬਾਰੇ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ। ਇਸ ਤੋਂ ਬਾਅਦ ਹੈ ਬੈਲੈਂਸ ਟ੍ਰਾਂਸਫਰ। ਸੋ ਬੈਲੈਂਸ ਟ੍ਰਾਂਸਫਰ ਵੀ ਆਪਾਂ ਗੱਲ ਤਕਰੀਬਨ ਕਰ ਚੁੱਕੇ ਹਾਂ। ਇਸ ਤੋਂ ਬਾਅਦ ਹੈ PVR ਐਂਡ ਰਿਵਾਰਡ ਰਿਜੈਂਪਸ਼ਨ। ਸੋ ਇਸ ਦੇ ਵਿੱਚ ਆਪਣੇ ਕੋਲ ਇੱਕ ਮਾਈਲਸਟੋਨ ਪ੍ਰੋਗਰਾਮ ਹੈ। ਸੋ ਮਾਈਲਸਟੋਨ ਪ੍ਰੋਗਰਾਮ ਦਾ ਮਤਲਬ ਇਹ ਹੈ ਕਿ 1 ਸਾਲ ਦੇ ਵਿੱਚ ਮੈਨੂੰ ਜਿਹੜੇ ਹੈ 75,000 ਰੁਪੀਸ ਜਿਹੜੇ ਨੇ ਉਸ ਨੂੰ ਇਸਤੇਮਾਲ ਕਰਨਾ ਹੋਏਗਾ ਅਤੇ 75,000 ਰੁਪਏ ਦੀ ਜਿਹੜੀ ਲਿਮਿਟ ਹੈ ਉਸ ਨੂੰ ਯੂਜ਼ ਕਰਨ ਤੋਂ ਬਾਅਦ ਮੈਨੂੰ ਜਾਂ ਤਾਂ PVR ਦੀਆਂ ਜਿਹੜੀਆਂ ਨੇ 4 ਟਿਕਟਸ ਮਿਲ ਜਾਣਗੀਆਂ, ਜੇਕਰ ਨਹੀਂ ਹੁੰਦਾ ਤਾਂ ਫਿਰ ਮੈਨੂੰ ਜਿਹੜਾ ਹੈ 750 ਰੁਪਏ ਕੈਸ਼ਬੈਕ ਦਿੱਤਾ ਜਾਏਗਾ। ਲੇਕਿਨ ਇਸ ਦੇ ਵਿੱਚ ਵੀ ਕੁਛ ਲਿਮਿਟਸ ਨੇ ਕਿ ਇਸ ਨੂੰ ਮੈਂ ਜਿਹੜਾ 30 ਨਵੰਬਰ 2021 ਤੋਂ ਪਹਿਲਾਂ ਇਸ ਨੂੰ ਮੈਂ ਰਿਡੀਮ ਨਹੀਂ ਕਰ ਸਕਦਾ
ਅਤੇ 31 ਨਵੰਬਰ ਤੋਂ ਲੈ ਕੇ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਹੀ ਇਸ ਮੈਂ ਕੂਪਨ ਨੂੰ ਰਿਡੀਮ ਕਰਨ ਤੋਂ ਬਾਅਦ ਯੂਜ਼ ਕਰਨ ਦੇ ਕਾਬਿਲ ਹੋਵਾਂਗਾ। ਜੇਕਰ ਮੈਂ 3 ਮਹੀਨਿਆਂ ਦੇ ਵਿੱਚ ਇਸ ਨੂੰ ਯੂਜ਼ ਨਹੀਂ ਕਰਦਾ ਤਾਂ ਇਹ ਖਰਾਬ ਹੋ ਜਾਏਗਾ। ਸੋ ਇਸ ਤੋਂ ਬਾਅਦ ਅੱਗੇ ਆਉਂਦਾ ਹੈ ਰਿਵਾਰਡ ਰਿਡੈਂਪਸ਼ਨ। ਸੋ ਇਹ ਜਿਹੜੀ ਆਪਸ਼ਨ ਹੈ ਇਹ ਥੋੜ੍ਹੀ ਜਿਹੀ ਡਿਫਰੈਂਟ ਹੈ। ਇਸ ਦੇ ਵਿੱਚ ਆਪਾਂ ਸੋਚਦੇ ਹਾਂ ਕਿ ਆਪਣੇ ਕੋਲ ਰਿਵਾਰਡ ਪੁਆਇੰਟਸ ਬਹੁਤ ਨੇ ਅਤੇ ਆਪਾਂ ਇਹਨਾਂ ਰਿਵਾਰਡ ਪੁਆਇੰਟਸ ਨੂੰ ਕਿਤੇ ਵੀ ਯੂਜ਼ ਕਰ ਸਕਦੇ ਹਾਂ, ਲੇਕਿਨ ਇਸ ਤਰ੍ਹਾਂ ਨਹੀਂ ਹੈ। ਸੋ ਇਸ ਰਿਵਾਰਡ ਪੁਆਇੰਟ ਨੂੰ ਪਹਿਲੀ ਗੱਲ ਤਾਂ ਆਪਾਂ ਮੂਵੀ ਦੇਖਣ ਲਈ ਯੂਜ਼ ਕਰਨ ਦੀ ਕੋਸ਼ਿਸ਼ ਕਰੀਏ ਤਾਂ ਆਪਾਂ ਨੂੰ ਜਿਹੜਾ 1 ਰਿਵਾਰਡ ਪੁਆਇੰਟ 800 ਰਿਵਾਰਡ ਪੁਆਇੰਟ ਹੋਣਗੇ ਤਾਂ ਆਪਾਂ ਨੂੰ ਇੱਕ ਵਾਊਚਰ ਮਿਲੇਗਾ, ਉਹ ਵੀ 200 ਰੁਪੀਜ਼ ਦਾ। ਸੋ ਇਸ ਤੋਂ ਅਗਾਂਹ ਮੈਨੂੰ ਫੁੱਲ ਡਿਟੇਲ ਨਹੀਂ ਮਾਲੂਮ ਕਿ ਇਹ 200 ਰੁਪੀਜ਼ ਜਿਹੜੇ ਨੇ ਇੱਕ ਟਿਕਟ ਦੇ ਲਈ ਯੂਜ਼ ਹੋ ਸਕਦੇ ਨੇ ਕਿ ਆਪਾਂ ਨੂੰ ਫੈਮਿਲੀ ਟਿਕਟ ਬੁੱਕ ਕਰਨੀ ਪਏਗੀ ਤਾਂ ਇਹ 200 ਰੁਪੀਜ਼ ਵਾਲਾ ਵਾਊਚਰ ਯੂਜ਼ ਹੋਏਗਾ। ਸੋ ਇਸ ਦੇ ਬਾਰੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ। ਸੋ ਨੈਕਸਟ ਜਦੋਂ ਵੀ ਮੈਂ ਇਸ ਰਿਵਾਰਡ ਪੁਆਇੰਟ 800 ਰਿਵਾਰਡ ਪੁਆਇੰਟ ਮੇਰੇ ਹੋਣਗੇ ਉਹਨਾਂ ਨੂੰ ਮੈਂ ਯੂਜ਼ ਕਰੂੰਗਾ, ਫਿਰ ਮੈਂ ਤੁਹਾਨੂੰ ਦੱਸਾਂਗਾ। ਸੋ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਕਿ ਕੈਸ਼ ਰਿਵਾਰਡ ਦੀ, ਸੋ ਕੈਸ਼ ਰਿਵਾਰਡ ਦੇ ਵਿੱਚ 400 ਜਿਹੜੇ ਰਿਵਾਰਡ ਪੁਆਇੰਟਸ ਦੇ ਆਪਾਂ ਨੂੰ 75 ਰੁਪੀਜ਼ ਮਿਲਦੇ ਨੇ। ਸੋ 400 ਰਿਵਾਰਡ ਪੁਆਇੰਟ ਜਿਹੜੇ ਨੇ ਉਹ ਸਿਰਫ 75 ਰੁਪੀਜ਼ ਦੀ ਵੈਲਿਊ ਦੇ ਬਰਾਬਰ ਹੋਣਗੇ। ਸੋ ਇਸ ਤੋਂ ਅਗਾਂਹ ਨੈਕਸਟ ਹੈ ਆਪਣੇ ਕੋਲ ਮੋਬਾਈਲ ਰਿਚਾਰਜ। ਸੋ ਜੇਕਰ ਮੋਬਾਈਲ ਰਿਚਾਰਜ ਕਰਾਉਂਦੇ ਆ ਤਾਂ ਆਪਾਂ ਨੂੰ ਜਿਹੜੇ ਨੇ 200 ਰਿਵਾਰਡਸ ਪੁਆਇੰਟ ਦੇ 100 ਈਜ਼ੀ ਪੁਆਇੰਟ ਮਿਲਦੇ ਨੇ। ਸੋ ਈਜ਼ੀ ਪੁਆਇੰਟ ਜਿਹੜੇ ਨੇ ਆਪਾਂ ਨੂੰ ਫਿਰ ਈਜ਼ੀ ਪੁਆਇੰਟ 'ਚ ਅਕਾਊਂਟ ਬਣਾਉਣਾ ਪਏਗਾ ਅਤੇ ਈਜ਼ੀ ਪੁਆਇੰਟ ਦੇ ਅਕਾਊਂਟ ਬਣਾਉਣ ਤੋਂ ਬਾਅਦ ਆਪਾਂ 100 ਜਿਹੜੇ ਪੁਆਇੰਟਸ ਨੇ ਉਹਨਾਂ ਨੂੰ ਯੂਜ਼ ਕਰ ਪਾਊਂਗੇ। ਸੋ ਜੇਕਰ ਈਜ਼ੀ ਦੇ ਵਿੱਚ ਆਪਾਂ ਦੇਖਿਆ ਜਾਏ ਤਾਂ ਉਸ ਦੇ ਬਾਰੇ ਮੈਂ ਨੈਕਸਟ ਵੀਡੀਓ ਦੇ ਵਿੱਚ ਗੱਲ ਕਰਾਂਗਾ ਕਿ ਈਜ਼ੀ ਰਿਵਾਰਡਸ ਕੀ ਚੀਜ਼ ਹੈ ਅਤੇ ਇਸ ਨੂੰ ਆਪਾਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ। ਸੋ ਇਸ ਵੀਡੀਓ ਦੇ ਵਿੱਚ ਆਪਾਂ ਕਾਫੀ ਸਾਰੇ ਜਿਹੜੇ ਕੁਐਸਚਨਸ ਨੇ ਕਵਰ ਕੀਤੇ ਗਏ। ਸੋ ਤੁਹਾਨੂੰ ਮੈਂ ਹੁਣ 1 ਬਾਏ 1 ਐਕਸਪਲੇਨ ਕਰਨਾ ਚਾਹਾਂਗਾ ਕਿ ਇਸ ਵੀਡੀਓ ਦੇ ਵਿੱਚ ਆਪਾਂ ਕੀ ਐਕਸਪਲੇਨ ਕੀਤਾ। ਸਾਰਿਆਂ ਤੋਂ ਪਹਿਲਾਂ ਆਪਾਂ ਹੋਮ ਪੇਜ ਦੇ ਵਿੱਚ ਗਏ ਅਤੇ ਹੋਮ ਪੇਜ ਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਪਤਾ ਚੱਲਿਆ ਕਿ ਜਿਹੜੀ ਸਟੇਟਮੈਂਟ ਹੈ ਉਸ ਨੂੰ ਕਿਸ ਤਰ੍ਹਾਂ ਡਾਊਨਲੋਡ ਕਰਨਾ ਹੈ ਅਤੇ ਜਿਹੜੀ ਫਾਈਨੈਂਸ਼ੀਅਲ ਈਅਰ ਦੀ ਕੰਬਾਈਨਡ ਸਟੇਟਮੈਂਟ 1 ਈਅਰ ਦੀ ਹੁੰਦੀ ਹੈ, ਉਹ ਸਟੇਟਮੈਂਟ ਨੂੰ ਕਿਸ ਤਰ੍ਹਾਂ ਡਾਊਨਲੋਡ ਕਰਨਾ ਹੈ ਅਤੇ ਉਸ ਨੂੰ ਵੈਰੀਫਾਈ ਕਿਸ ਤਰ੍ਹਾਂ ਕਰਨਾ ਹੈ। ਸੋ ਇਸ ਤੋਂ ਬਾਅਦ ਨੈਕਸਟ ਆਪਾਂ ਗਏ ਅਤੇ ਨੈਕਸਟ ਫਰਦਰ ਦੇ ਵਿੱਚ ਆਪਾਂ ਨੂੰ ਮੰਥਲੀ ਸਟੇਟਮੈਂਟ ਦਾ ਪਤਾ ਲੱਗਾ। ਉਸ ਤੋਂ ਬਾਅਦ ਆਪਾਂ ਨੇ ਪਤਾ ਕੀਤਾ ਕਿ ਜਿਹੜੀ ਆਪਣੇ ਈਮੇਲ ਦੇ ਉੱਪਰ ਜਿਹੜੀ ਸਟੇਟਮੈਂਟ ਸੈਂਡ ਕੀਤੀ ਜਾਂਦੀ ਹੈ ਉਸ ਸਟੇਟਮੈਂਟ ਨੂੰ ਆਪਾਂ ਕਿਸ ਤਰ੍ਹਾਂ ਈਮੇਲ ਦੇ ਉੱਤੇ ਮੰਗਵਾ ਸਕਦੇ ਹਾਂ। ਸੋ ਉਸ ਤੋਂ ਬਾਅਦ ਨੈਕਸਟ ਆਪਾਂ ਅੱਗੇ ਗਏ ਤਾਂ ਆਪਾਂ ਇਸ ਦੇ ਅਕਾਊਂਟਸ ਦੇ ਬਾਰੇ ਜਾਣਕਾਰੀ ਲਈ। ਇਸ ਤੋਂ ਬਾਅਦ ਆਪਾਂ ਜਿਹੜਾ ਇਸ ਦਾ ਪੇਮੈਂਟ ਟ੍ਰਾਂਸਫਰ ਬਾਰੇ ਗੱਲ ਕੀਤੀ ਗਈ। ਇਸ ਤੋਂ ਬਾਅਦ ਆਪਾਂ ਬੈਂਕਿੰਗ ਸੈਕਸ਼ਨ ਦੇ ਵਿੱਚ ਗਏ ਅਤੇ ਬੈਂਕਿੰਗ ਸੈਕਸ਼ਨ ਦੇ ਵਿੱਚ ਆਪਾਂ ਡੈਬਿਟ ਕਾਰਡ ਨੂੰ ਅਨੇਬਲ ਕਰਨਾ, ਡਿਸੇਬਲ ਕਰਨਾ, ਕ੍ਰੈਡਿਟ ਕਾਰਡ ਨੂੰ ਅਨੇਬਲ ਕਰਨਾ, ਡਿਸੇਬਲ ਕਰਨਾ, ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦਾ ਜਿਹੜਾ ਪਿਨ ਹੈ ਉਸ ਨੂੰ ਚੇਂਜ ਕਰਨਾ, ਇਹਨਾਂ ਸਭ ਚੀਜ਼ਾਂ ਦੇ ਬਾਰੇ ਵਿਸਥਾਰ ਦੇ ਵਿੱਚ ਜਾਣਕਾਰੀ ਲਈ ਗਈ। ਸੋ ਹੁਣ ਮੈਂ ਦੋਸਤੋ ਵੀਡੀਓ ਦੇ ਅੰਤ ਦੇ ਵਿੱਚ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦਾ ਅਤੇ ਦੋਸਤੋ ਮੈਨੂੰ ਸਾਥ ਦੇਣ ਦੇ ਲਈ ਧੰਨਵਾਦ ਅਤੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨ ਤੋਂ ਬਿਨਾਂ ਨਾ ਜਾਇਓ ਜੀ। ਧੰਨਵਾਦ।